वाहेगुरु जी का खालसा वाहेगुरु जी की फतेह। वेलकम बैक टू योर ऑन YouTube चैनल कमीर अकेडमी। माय नेम इज सिमरनजोत सिंह एंड आई एम टीचिंग यू मैथ्स। जिवें कि तुसीं जानते हो, ਅਸੀਂ ਕਰ ਰਹੇ ਹਾਂ 8th ਕਲਾਸ ਦਾ ਮੈਥ ਸੋਲਵ। ਗੀਤਾ ਵੀਆਰ ਦੀ ਬੁੱਕ ਹੈ ਮਧੂਬਨ ਪਬਲੀਕੇਸ਼ਨਸ ਵੱਲੋਂ ਐਂਡ ਇਸ ਬੁੱਕ ਨੂੰ ਮੈਥਸ ਮੇਟ ਵੀ ਕਹਿੰਦੇ ਕਹੀਦੇ। तो ਕਿਸੇ ਨੂੰ ਜੇਕਰ ਡਾਊਟ ਹੋਵੇ ਤਾਂ ਪਤਾ ਲੱਗ ਜਾਏਗਾ ਮੈਥਸ ਮੇਟ ਆਪਾਂ ਬੁੱਕ ਸੋਲਵ ਕਰ ਰਹੇ ਹਾਂ। तो ਅੱਜ ਜਿਹੜਾ ਆਪਾਂ ਚੈਪਟਰ ਕਰਨ ਜਾ ਰਹੇ ਹਾਂ ਦੈਟ ਇਜ਼ ਦਾ ਚੈਪਟਰ 7। ਇਸ ਤੋਂ ਪਹਿਲਾਂ ਆਪਾਂ 6 ਚੈਪਟਰ ਕਰ ਚੁੱਕੇ ਹਾਂ, मतलब ਆਪਾਂ ਪਹਿਲਾਂ 1 3 4 5 6 ਇਹ ਲਗਾਤਾਰ ਸੋਲਵ ਕੀਤੇ ਨੇ। ਸੈਕੰਡ ਚੈਪਟਰ ਹਲੇ ਨਹੀਂ ਕੀਤਾ। ਆਫਟਰ ਦਿਸ ਚੈਪਟਰ ਆਈ ਵਿਲ ਥਿੰਕ ਟੂ ਸੋਲਵ ਇਟ। ਠੀਕ ਹੈ, ਫਿਲਹਾਲ ਆਪਾਂ ਕਰਨ ਵਾਲੇ ਹਾਂ ਸਟਾਰਟ 7 ਚੈਪਟਰ, ਜਿਹਦਾ ਨਾਮ ਕੀ ਹੈ ਐਲਜੈਬਰਿਕ ਆਇਡੈਂਟੀਟੀਜ਼ ਐਂਡ ਐਕਸਪ੍ਰੈਸ਼ਨਸ। ਠੀਕ ਹੈ, तो चैप्टर अपना क्या है 7 algebraic expressions and identities। ਇਹਦੇ ਰਿਲੇਟਡ ਤੁਹਾਨੂੰ 9th ਕਲਾਸ ਦੇ ਵਿੱਚ ਵੀ ਆਏਗਾ। तो ਹੁਣੀ ਜੇਕਰ ਤੁਸੀਂ ਇਹਨੂੰ ਧਿਆਨ ਨਾਲ ਸਮਝ ਲਓਗੇ 9th ਕਲਾਸ ਦੇ ਵਿੱਚ ਈਜ਼ੀ ਹੋ ਜਾਏਗਾ, ਤੁਹਾਨੂੰ ਬਹੁਤ ਈਜ਼ੀਲੀ ਸਮਝ ਵੀ ਆ ਜਾਏਗਾ। ਠੀਕ ਹੈ, ਤੇ ਇਹਦੇ ਰਿਲੇਟਡ ਆਪਾਂ ਐਕਟੀਵਿਟੀ ਵੀ ਕਰਾਂਗੇ। ਐਕਟੀਵਿਟੀ ਤੋਂ ਤੁਹਾਨੂੰ ਕੁਝ ਇੱਕ ਦੋ ਮੈਂ ਤੁਹਾਨੂੰ ਕਰਵਾਉਂਗਾ ਆਇਡੈਂਟੀਟੀਜ਼। ਐਕਟੀਵਿਟੀ ਦੇ ਥਰੂ ਜਿਹੜੀਆਂ ਨੇ ਉਹ ਕਲੀਅਰ ਹੋ ਜਾਣਗੀਆਂ ਕਿ ਕਿਵੇਂ ਆਪਾਂ ਇੱਕ ਆਇਡੈਂਟੀਟੀ ਨੂੰ ਪ੍ਰੂਵ ਕਰ ਪਾ ਰਹੇ ਹਾਂ। ਉਹ ਤੋਂ ਅੱਗੇ ਤੁਹਾਨੂੰ ਨਾਲ ਦੀ ਨਾਲ ਪਤਾ ਲੱਗਦਾ ਰਹੇਗਾ। ਤੇ ਅੱਜ ਆਪਾਂ ਸਟਾਰਟ ਕਰਦੇ ਹਾਂ ਅਲਜੈਬਰਿਕ ਐਕਸਪ੍ਰੈਸ਼ਨਸ। ਸਭ ਤੋਂ ਪਹਿਲਾਂ ਅਲਜੈਬਰਿਕ ਐਕਸਪ੍ਰੈਸ਼ਨਸ ਹੁੰਦੀਆਂ ਕੀ ਨੇ? ਠੀਕ ਹੈ, ਆਪਾਂ ਕੋਈ ਵੀ ਇਕੁਏਸ਼ਨ ਲਿਖ ਦਿੰਦੇ ਹਾਂ, ਜਿਵੇਂ ਕਿ ਮੈਂ ਮੰਨ ਲੈਣਾ 2x + y + 3 ਮੇਰੇ ਕੋਲ ਇੱਕ ਆ ਇਕੁਏਸ਼ਨ ਹੈ। ਇਹ ਐਲਜੈਬਰਿਕ ਐਕਸਪ੍ਰੈਸ਼ਨ ਹੈ। ਕਿਵੇਂ ਪਤਾ ਲੱਗ ਰਿਹਾ ਆਪਾਂ ਨੂੰ? ਐਲਜੈਬਰਿਕ ਐਕਸਪ੍ਰੈਸ਼ਨ ਦੀ ਨਿਸ਼ਾਨੀ ਕੀ ਹੁੰਦੀ ਹੈ? ਇਹਦੇ ਵਿੱਚ ਇਦਾਂ ਦੇ ਕੋਈ ਨਾ ਕੋਈ ਵੇਰੀਏਬਲਸ ਕਹਿੰਦੇ ਇਹਨਾਂ ਨੂੰ, ਵੇਰੀਏਬਲਸ ਹੁੰਦੇ ਨੇ। ਠੀਕ ਹੈ, ਇਹਨਾਂ ਨੂੰ ਕੀ ਕਹਿੰਦੇ ਆ ਆਪਾਂ? ਵੇਰੀਏਬਲਸ। ਕਿਉਂ ਕਹਿੰਦੇ ਆ ਵੇਰੀਏਬਲਸ? ਬਿਕੋਜ਼ they can vary, their values can vary। okay, मतलब ਇਹਨਾਂ ਦੀ ਵੈਲਿਊਜ਼ ਨੇ ਜਿਹੜੀਆਂ ਉਹ ਕੁਝ ਵੀ ਹੋ ਸਕਦੀਆਂ। x ਤੇ y ਦੀ ਜਗ੍ਹਾ ਤੇ ਕੋਈ ਵੀ ਵੈਲਿਊ ਇਹਨਾਂ ਦੀ ਆ ਸਕਦੀ ਹੈ ਨਾ। ਠੀਕ ਹੈ, ਇਕੁਅਲ ਟੂ ਆਪਾਂ ਵੈਸੇ ਲਿਖ ਲੈਂਦੇ ਚਲੋ। ਤੇ ਉਸ ਤੋਂ ਇਲਾਵਾ ਸਾਡੇ ਕੋਲ ਇੱਕ ਦੇਖੋ ਵਿਦਆਊਟ ਵੇਰੀਏਬਲ ਟਰਮ ਹੈ, ਜਿਹਨੂੰ ਆਪਾਂ ਇਹ ਵਿਦਆਊਟ ਵੇਰੀਏਬਲ ਟਰਮ ਨੂੰ ਕੀ ਕਹਿੰਦੇ ਆ? ਇਹਨੂੰ ਆਪਾਂ ਕਹਿੰਦੇ ਆ ਕਾਂਸਟੈਂਟ। ओके, सो अलजेब्रिक एक्सप्रेशन ਦੀ ਜਿਹੜੀ ਨਿਸ਼ਾਨੀ ਹੈ, ਇਹਦੇ ਵਿੱਚ ਕੋਈ ਵੀ ਵੇਰੀਏਬਲ ਹੋ ਸਕਦਾ ਹੈ, ਕਿਤੇ ਵੀ ਹੋ ਸਕਦਾ ਹੈ, ਮਲਟੀਪਲ ਚ ਹੋ ਸਕਦਾ ਹੈ, ਡਿਵਾਈਡ ਚ ਹੋ ਸਕਦਾ ਹੈ, ਵੇਰੀਏਬਲ ਦਾ ਸਕੁਅਰ ਰੂਟ ਹੋ ਸਕਦਾ ਹੈ, ਵੇਰੀਏਬਲ ਦੀ ਪਾਵਰ ਕੁਝ ਵੀ ਹੋ ਸਕਦੀ ਹੈ। ਸੋ ਵੇਰੀਏਬਲ ਹੋਣਾ ਜ਼ਰੂਰੀ ਹੈ। ਵੇਰੀਏਬਲ ਹੋਏਗਾ, ਇਟ ਕੈਨ ਬੀ ਫਰੋਮ A to Z ਐਨੀ, ਕੁਝ ਵੀ ਵੇਰੀਏਬਲ ਹੋ ਸਕਦਾ ਹੈ, A B C D ਅਪ ਟੂ Z ਆਪਾਂ ਕੁਝ ਵੀ ਲੈ ਸਕਦੇ ਹਾਂ। ਵੇਰੀਏਬਲ ਦੇ ਬਾਅਦ ਆਪਣੇ ਕੋਲ ਕਾਂਸਟੈਂਟ ਵੈਲਿਊ ਹੈ ਜਿਹੜੀ ਇਹ ਕੋਈ ਵੀ ਰੀਅਲ ਨੰਬਰ ਵੈਲਿਊ ਹੋ ਸਕਦੀ ਹੈ। ਠੀਕ ਹੈ, ਇਹ ਕੋਈ ਵੀ ਰੀਅਲ ਨੰਬਰ ਵੈਲਿਊ ਹੋ ਸਕਦੀ ਹੈ। ਰੀਅਲ ਨੰਬਰਸ ਕੀ ਹੁੰਦੇ ਨੇ? ਆਪਾਂ ਨੰਬਰ ਸਿਸਟਮ ਚ ਕੀਤਾ ਸੀਗਾ ਅਪ ਟੂ ਰੈਸ਼ਨਲ ਨੰਬਰਸ ਨਾ। ਰੀਅਲ ਨੰਬਰ ਦਾ ਮਤਲਬ ਹੁੰਦਾ ਹੈ ਹਰ ਤਰ੍ਹਾਂ ਦਾ ਜਿਹੜਾ ਨੰਬਰ ਪੋਸੀਬਲ ਹੈ, ਕੋਈ ਵੀ ਨੰਬਰ, ਪੁਆਇੰਟ ਵਾਲਾ ਹੈ ਚਾਹੇ ਵਿਦਆਊਟ ਪੁਆਇੰਟ ਵਾਲਾ ਹੈ, ਚਾਹੇ ਜਿਹੜਾ ਮਰਜ਼ੀ ਨੰਬਰ ਹੈ, ਉਹ ਸਾਰੇ ਰੀਅਲ ਨੰਬਰ ਚ ਆਉਂਦੇ ਹੁੰਦੇ ਆ। ਸੋ ਨੈਗੇਟਿਵ ਇਨਫਿਨਿਟੀ ਤੋਂ ਲੈ ਕੇ ਪੋਜ਼ਿਟਿਵ ਇਨਫਿਨਿਟੀ ਤੱਕ ਕੋਈ ਵੀ ਨੰਬਰ ਕਾਂਸਟੈਂਟ ਹੋ ਸਕਦਾ, ਕਾਂਸਟੈਂਟ ਵੈਲਿਊ ਕੁਝ ਵੀ ਹੋ ਸਕਦੀ ਹੈ। ਓਕੇ, ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਵੇਰੀਏਬਲ ਦੇ ਨਾਲ ਇੱਕ ਕੋਈ ਨੰਬਰ ਹੈ। ਇੱਥੇ ਜੇ ਨੰਬਰ ਨਹੀਂ ਹੈ ਤਾਂ ਦੈਟ ਮੀਨਸ y ਦੇ ਨਾਲ ਜੇ ਕੁਝ ਨਹੀਂ ਹੈ ਤਾਂ ਦੈਟ ਮੀਨਸ ਉੱਥੇ 1 ਹੁੰਦਾ। ਜਿਹਦੇ ਨਾਲ ਨੰਬਰ ਨਹੀਂ ਲਿਖਿਆ ਹੁੰਦਾ ਕੋਈ ਵੀ, ਉੱਥੇ 1 ਹੈ। ਤੇ ਸਾਈਨ ਆਪਾਂ ਹਮੇਸ਼ਾ ਨੰਬਰ ਦੇ ਨਾਲ ਵਾਲਾ ਚੱਕਦੇ ਹਾਂ। ਜਿਵੇਂ ਆ ਪੋਜ਼ਿਟਿਵ 1 ਹੈ, ਇਹ ਪੋਜ਼ਿਟਿਵ 2 ਹੈ, ਜੇ ਮਾਈਨਸ ਸਾਈਨ ਹੁੰਦਾ ਤਾਂ ਨੈਗੇਟਿਵ 2 ਹੋਣਾ ਸੀ। ਠੀਕ ਹੈ, ਇਹਨਾਂ ਨੂੰ ਆਪਾਂ ਕੀ ਕਹਿੰਦੇ ਆ? ਥੀਸ ਆਰ ਕੋਐਫੀਸ਼ੀਐਂਟਸ। ਐਕਚੁਅਲੀ ਦੇ ਆਰ numerical coefficients। ਕਿਉਂਕਿ ਆਪਣੇ ਕੋਲ ਵੇਰੀਏਬਲ ਇੱਕ ਇੱਕ ਸੀ ਤਾਂ ਇਹਨਾਂ ਦੇ ਕੋਐਫੀਸ਼ੀਐਂਟਸ ਜਾਂ numerical coefficient ਇੱਕੋ ਹੀ ਗੱਲ ਹੈ, ਸੇਮ ਆਣਗੇ। ਫਰਕ ਕੀ ਹੈ? ਸਿਰਫ numerical coefficient ਤੇ ਸਿਰਫ ਕੋਐਫੀਸ਼ੀਐਂਟ ਦੇ ਵਿੱਚ ਕੀ ਫਰਕ ਹੈ? ਇਹਨਾਂ ਦੋਨਾਂ ਦੇ ਵਿੱਚ ਫਰਕ ਕੀ ਹੈ ਇਹ ਵੀ ਮੈਂ ਤੁਹਾਨੂੰ ਦੱਸਦਾ। ਠੀਕ ਹੈ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਗਿਆ ਕੋਈ ਵੀ ਇੱਕ ਵੇਰੀਏਬਲ, ਕੋਈ ਵੀ ਵੇਰੀਏਬਲਸ ਐਂਡ ਕਾਂਸਟੈਂਟ ਵਾਲੀ ਟਰਮ ਜਿਹੜੀ ਹੋਏਗੀ ਉਹਨੂੰ ਆਪਾਂ ਐਲਜੈਬਰਿਕ ਐਕਸਪ੍ਰੈਸ਼ਨ ਕਹਿ ਸਕਦੇ ਹਾਂ। कोई भी एग्जांपल ले सकते हो। इट कैन बी लाइक दिस आल्सो 5x / y + 3। ठीक है, वेरिएबल्स आ गए, कांस्टेंट टर्म आ गई। अच्छा, कांस्टेंट टर्म होवे चाहे ना होवे कोई फर्क नहीं पैंदा। तुसीं आ भी लिख सकते हो 2x कल्ला, ये भी अलजेब्रिक एक्सप्रेशन है। सो इदां भी हो सकती है 3x दी पावर 8, पावर जो मर्जी हो सकती है। मैं तुहानूं दस्सी अब इहदी x वेरिएबल दी पावर कुछ भी हो सकती है। ओके, ते
ऐदा ही 2x की पावर -1 या -7 ला लो, नैगेटिव भी हो सकती है पॉजिटिव भी हो सकती है, 2√x +1, ये सारे की ने, these are all algebraic expressions, examples of the algebraic expression। ठीक है, algebraic expression बारे क्लियर हो गया। उस तो बाद मैं तुहानू दस रहा सीगा कि जिवें अपने इहदे विच वेरीएबल्स हुंदे ने ते कांस्टेंट वैल्यूज हुंदियां ने, है ना। उस तो इलावा आपां इहदे विच न्यूमेरिकल कोएफिशिएंट ते सिंपल कोएफिशिएंट दी भी गल कर रहे सी ना। ठीक है, सो सिंपल कोएफिशिएंट जिवें मैं अच्छा एक चीज़ होर रह गई है, आप सिंपल कोएफिशिएंट न्यूमेरिकल कोएफिशिएंट बारे फिर भी गल कर सकते हैं। इहदे विच की हुंदियां ने कोई भी एक अलजेब्रिक एक्सप्रेशन है दैट इज सेपरेटेड बाय द प्लस और माइनस साइन। हुण जिवें 2x तो बाद प्लस साइन आ गया, मतलब कि ये पूरी एक टर्म है, 2x एक टर्म है, प्लस तो बाद फिर 1y आ गया, एक ये दूजी टर्म है, प्लस तो बाद फिर 3 आ गया, तीसरी टर्म है। तो इहदियां नंबर ऑफ टर्म्स कितनियां ने 3। ठीक है, आप कोई भी एक्सप्रेशन लिखते हैं जिवें इहदी गल कर लो, चलो ठीक है, प्लस दे साइन दे नाल या माइनस दे साइन दे नाल जो सेपरेशन हुंदी होएगी टर्म्स होणगियां, वो जिवें आ ते आ दो टर्म्स ने इहदियां विच प्लस दा साइन है, ये 5 × x डिवाइड बाय y, ये इक्को ही टर्म है, इक्को ही टर्म है, ये अलग अलग नहीं आप गिननी, इक्को ही टर्म है। जिवें कई बार लिख देंगे हैं 5 × x + 2 डिवाइडेड बाय y, सपोज इदां दा कुछ है, तो 5 × x की हुंदा है 5x, 2 डिवाइडेड बाय y की हुंदा है 2/y। सो इहदियां दो ही टर्म्स ने। बच्चे की करते कई 3 1 2 3 4 टर्म्स गिन लेंदे, नो, ओनली सेपरेशन विद प्लस और माइनस साइन इज पॉसिबल। उदी आपां कहांगे कि एक टर्म सेपरेटेड बाय दूसरी टर्म, माइनस साइन जे विच है तां भी एक टर्म आ ते दूसरी टर्म आ ही रहेगी। सेपरेशन जिहड़ा आ वो बिटवीन एनी टू टर्म्स इज डन बाय द प्लस और माइनस साइन। ठीक है, सो इहदियां नंबर ऑफ टर्म्स 3 ने, इहदियां 2 ने, इहदी 1 है, इहदी भी 1 है, इहदी भी 1 है। इहदियां देखो एक टर्म प्लस तो बाद फिर दूसरी टर्म, जे आपां मैं लिखा 2x + 3y + 4z + 8a + 2, तो मेरे को ਇਹਦੇ ਵਿੱਚ देखो कितनी टर्म्स ने, प्लस प्लस सारे लिख दिता, चलो थोड़ा चेंज भी कर देने हैं, माइनस साइन प्लस और माइनस ਦੇ ਨਾਲ सेपरेशन ਹੁੰਦੀ है टर्म्स ਦੀ। सो देखो पहली टर्म इथों स्टार्ट हुई, कितने आ गया प्लस ਦਾ साइन, ਇੱਥੇ आ गया, ਇੱਥੇ रुक जाना ਆਪਾਂ। सो ये आ गई साडी फर्स्ट टर्म, अगली टर्म प्लस तो बाद फिर ਆਪਾਂ ਅੱਗੇ देखना शुरू कर देना, दूसरा नेगेटिव साइन कितने आ गया, ਇੱਥੇ। सो एक भी साडी दूसरी टर्म, तीसरी टर्म, चौथी टर्म, पंजवीं टर्म, ਇਹਦੀਆਂ ਕਿੰਨੀਆਂ टर्म्स ने 5 टर्म्स ने। ठीक है, कई बार क्वेश्चन कितना ना आता है वो भी आप बता देना थोड़ा जा। क्वेश्चन कितना ना आता है कि सानू इतना दिता है 2x ब्रैकेट स्टार्ट 10 + 8y इतना दिता होंदा, फाइंड द नंबर ऑफ टर्म्स इन दिस केस। पहला तो तुहानू देखो कि सिंपल प्लस माइनस की फॉर्म च होनी चाहिए है, सिर्फ विच कुछ भी इदा जिवें ब्रैकेट वगैरह कुछ भी नहीं होना चाहिए, सिंपल टर्म होनी चाहिए है। सो जो देखो 2x × 10 हो रहा है तो दैट मीनस 2x नूं पहला 10 दे नाल मल्टीप्लाई करांगे, विच प्लस का साइन है, प्लस का साइन आएगा, फिर 2x ਨੂੰ 8y ਨਾਲ ਮਲਟੀਪਲਾਈ ਕਰਾਂਗੇ, ਸਾਡੇ ਕੋਲ ਕੀ ਆ ਗਿਆ 20x + 8 to the 16 x ਤੇ y ਕੀ ਬਣ ਗਿਆ xy, ਮਲਟੀਪਲਾਈ ਨਹੀਂ ਹੁੰਦੇ ਇਦਾਂ ਰਹਿਣਗੇ। ओके, सो दो टर्म्स आ गई। कई बार बच्चे की करते हैं 3 टर्म्स कह देंगे, 1 2 3 इदा गिन देते। मैं तुहानू दस्सिया प्लस ते माइनस दे नाल ही सैपरेशन जिहड़ी है आपां गिननी है। उस तो इलावा जे नहीं हैगी सैपरेशन इदा कुछ हो रहा है, ब्रैकेट पई है, मल्टीप्लाई हो रहा है, पहला उन्होंने करो सिंपल फ्रैक्शन च लियाओ, सिंपल इक्वेशन बनाओ प्लस माइनस वाली फॉर्म दे विच, फिर काउंट करो कितनी नंबर ऑफ टर्म्स ने, जिवें मैं इत्थे कीता 2 टर्म्स आ गई। सो इट इज हैविंग 2 टर्म्स नॉट 3 टर्म्स। ओके, सो इस तो बाद आपां गल करनी सीगी न्यूमेरिकल कोएफिशिएंट ते सिंपल कोएफिशिएंट दी। ਇਹਦਾ मतलब ਕੀ ਹੁੰਦਾ, सिंपल है बिल्कुल। ठीक है, सो आई विल एक्सप्लेन दिस टू। मैं इत्थे रब कर देना माड़ा जिहा। सो न्यूमेरिकल कोएफिशिएंट ते सिंपल कोएफिशिएंट की फर्क है। मैं कोई एक इक्वेशन लेना, चलो मेरे को हैगी 2x²y। ਜਦੋਂ ਮੇਰੇ ਨਾਲ ਗੱਲ ਕਰਾਂਗੇ द न्यूमेरिकल कोएफिशिएंट ऑफ x ਜਾਂ x² कह दें या x² y कह दें, ਇੱਕੋ ਹੀ ਗੱਲ ਹੈ। ठीक है, कल्ली x की गल करो, x के नाल हुण जिहड़ी अपनी टर्म है इहनूं आपां इदां लिख सकते हैं 2 × x × y, क्योंकि x² पिया है तो दैट मीनस x 2 बार लिख सकते हैं। हुण देखो मैं कोई एक x चक लेना, मैनूं न्यूमेरिकल कोएफिशिएंट ऑफ x पूछा। कोएफिशिएंट का मतलब की हुंदा साथी, ਉਹਦੇ साथी। हुण देखो न्यूमेरिकल कोएफिशिएंट का मतलब की है न्यूमेरिक वैल्यू सिर्फ ਇੱਕੋ ही है, ਇਹਦੇ बाकी भी साथी हैगे ने, x एंड y भी हैगे ने, बट न्यूमेरिकल साथी किहड़ा, न्यूमेरिकल कोएफिशिएंट किहड़ा, ओनली 2। So in this case numerical coefficient of x is only 2। वैसे
न्यूमेरिकल कोफिशिएंट हमेशा इतना पूछा जाता है पूरी इस वेरिएबल टर्म का, बस इनू छड्ड के बाकी जो बचा न्यूमेरिकल कोफिशिएंट ही होंदा वैसे, ठीक है। बट इत्थे जेकर आप गल करिए कि न्यूमेरिकल कोफिशिएंट ऑफ x या कह लो कि x स्क्वायर ते या कह लो x स्क्वायर y सब दा सेम 2 ही आएगा, ओके। बट जो आप गल करते हैं सिंपल कोफिशिएंट की, तो आप जो लिखांगे कोफिशिएंट ऑफ x, तो ਉਹਦਾ मतलब की है x ਨੂੰ ਛੱਡ के बाकी ਉਹਦੇ ਸਾਥੀ ਕਿਹੜੇ ਨੇ, मैं कोई एक x पेंसिल ਦੇ ਨਾਲ ਰਾਉਂਡ ਕਰ ਲੈਣਾ, ਪਹਿਲਾਂ ਨੂੰ ਐਕਸਪੈਂਡ ਕਰਕੇ ਲਿਖਣਾ ਫਿਰ ਰਾਉਂਡ ਕਰ ਲੈਣਾ, ਉਸ ਤੋਂ ਬਾਅਦ ਮੈਂ ਕੋਫੀਸ਼ੀਐਂਟ ਲੱਭਣੇ ਨੇ। ਕੋਫੀਸ਼ੀਐਂਟ मतलब ਸਾਥੀ ਬਾਕੀ ਦੇ, x ਨੂੰ ਛੱਡ ਕੇ ਬਾਕੀ ਦੇ ਸਾਥੀ ਕਿਹੜੇ ਨੇ 2x ਐਂਡ y, ਸੋ ਇਹਦੇ ਕੋਫੀਸ਼ੀਐਂਟ ਕੀ ਹੋਏ 2xy, ਕੱਲੇ x ਦੇ ਕੋਫੀਸ਼ੀਐਂਟ ਕੀ ਨੇ 2xy, ਚਾਹੇ ਆਹ x ਚੂਜ਼ ਕਰ ਲਓ ਚਾਹੇ ਆਹ x ਚੂਜ਼ ਕਰ ਲਓ, ਦੋਨਾਂ ਦੇ ਕੇਸ 'ਚ ਸੇਮ ਸਾਥੀ ਆਣਗੇ 2xy ਹੀ ਆਏਗਾ। ਜਾਂ ਫਿਰ ਸਾਨੂੰ ਪੁੱਛਿਆ ਜਾਂਦਾ ਹੈ ਕੋਫੀਸ਼ੀਐਂਟ ਆਫ x ਸਕੁਅਰ, x ਸਕੁਅਰ ਦਾ मतलब 2x ਆਪਾਂ ਅੰਡਰਲਾਈਨ ਕਰ ਲੈਣੇ ਜਾਂ ਰਾਉਂਡ ਕਰ ਲੈਣੇ ਆ, 2x ਘੇਰ ਲਓ, ਬਾਕੀ ਕੀ ਬਚਿਆ x ਸਕੁਅਰ ਦੇ ਕੋਫੀਸ਼ੀਐਂਟ ਕੀ ਬਣੇ 2 ਐਂਡ y ਓਨਲੀ। ਜੇ ਸਾਨੂੰ ਕੱਲਾ ਪੁੱਛਿਆ ਜਾਂਦਾ ਹੈ ਕੋਫੀਸ਼ੀਐਂਟ ਆਫ y, ਤਾਂ y ਨੂੰ ਛੱਡ ਦਿਓ, ਬਸ y ਨੂੰ ਇਦਾਂ ਲਕੋ ਲਓ, ਬਾਕੀ ਕੀ ਬਚਿਆ 2x ਸਕੁਅਰ, ਸੋ ਇਹਦੇ ਕੋਫੀਸ਼ੀਐਂਟ ਕੀ ਬਣ ਗਏ 2x ਸਕੁਅਰ। ਸੋ ਕੋਫੀਸ਼ੀਐਂਟ मतलब ਜਿਹੜੀ ਚੀਜ਼ ਦਾ ਕੋਫੀਸ਼ੀਐਂਟ ਪੁੱਛਿਆ ਗਿਆ ਉਹਨੂੰ ਛੱਡ ਕੇ ਬਾਕੀ ਜੋ ਵੀ ਉਹਦੇ ਨਾਲ ਮਲਟੀਪਲ 'ਚ ਹੈ, ਮਲਟੀਪਲ 'ਚ ਧਿਆਨ ਰੱਖਣਾ ਹੈ, ਮਲਟੀਪਲ 'ਚ ਨਾਟ ਪਲੱਸ ਔਰ ਮਾਈਨਸ, ਪਲੱਸ ਮਾਈਨਸ ਵਾਲੇ ਨਹੀਂ ਵੀ ਤੁਸੀਂ ਇੱਧਰ y ਦਾ ਕੋਫੀਸ਼ੀਐਂਟ 2x 3 ਨਹੀਂ ਲਿਖ ਸਕਦੇ, y ਦਾ ਕੋਫੀਸ਼ੀਐਂਟ ਇੱਥੇ ਸਿਰਫ 3 ਹੈ, ਇੱਥੇ x ਦਾ ਕੋਫੀਸ਼ੀਐਂਟ ਸਿਰਫ 2 ਹੈ, ਠੀਕ ਹੈ। z ਦਾ ਕੋਫੀਸ਼ੀਐਂਟ -4 ਹੈ, ਉਦੋਂ ਆਪਾਂ ਸਾਈਨ ਨਾਲ ਚੱਕਦੇ ਹੁੰਦੇ ਹਾਂ, ਓਕੇ, ਠੀਕ ਹੈ। ਜਦੋਂ ਤੁਹਾਨੂੰ ਕੱਲਾ ਕੋਫੀਸ਼ੀਐਂਟ ਪੁੱਛਿਆ ਜਾਂਦਾ ਹੈ ਤਾਂ ਦੈਟ ਮੀਨਸ ਉਸ ਪਾਰਟਿਕੂਲਰ ਵੇਰੀਏਬਲ ਨੂੰ ਛੱਡ ਕੇ ਬਾਕੀ ਸਾਰੇ ਲਿਖ ਦਿਓ, ਉਹਦੇ ਨਾਲ ਦੇ ਸਾਥੀ ਉਹ ਕੋਫੀਸ਼ੀਐਂਟ ਆ ਗਿਆ। ਜਦੋਂ ਨਿਊਮੈਰੀਕਲ ਕੋਫੀਸ਼ੀਐਂਟ ਪੁੱਛਿਆ ਜਾਂਦਾ ਹੈ ਬਾਕੀ ਸਾਰੇ ਜਿਹੜਾ ਮਰਜ਼ੀ ਪੁੱਛਿਆ ਹੋਵੇ ਇਹਨਾਂ ਚੋਂ ਤੁਸੀਂ ਸਿਰਫ ਨਿਊਮੈਰੀਕਲ ਵੈਲਿਊ ਉਹਦੀ ਲਿਖ ਦੇਣੀ ਹੈ, x ਦਾ ਨਿਊਮੈਰੀਕਲ ਕੋਫੀਸ਼ੀਐਂਟ ਕੀ ਹੈ x 2 ਸੌਰੀ। ਵੈਸੇ ਕਦੇ ਵੀ ਇਦਾਂ ਨਹੀਂ ਹੁੰਦਾ ਕਿ ਤੁਹਾਨੂੰ ਪੁੱਛਿਆ ਜਾਵੇ ਕੱਲੀ x ਦਾ, ਤੁਹਾਨੂੰ ਜਿਹੜੀ ਇਹਦਾ ਵੇਰੀਏਬਲ ਹੈ ਨਾਲ 2x ਸਕੁਅਰ y ਉਹ ਪੂਰੇ ਦਾ ਪੁੱਛਣਗੇ ਵਾਟ ਇਜ਼ ਦਾ ਕੋਫੀਸ਼ੀਐਂਟ ਆਫ ਨਿਊਮੈਰੀਕਲ ਕੋਫੀਸ਼ੀਐਂਟ ਆਫ x ਸਕੁਅਰ y, ਸਾਫ ਨਜ਼ਰ ਆ ਰਿਹਾ 2। चलो हाँ इक्वेशन जी है 2x + 3y - 4z, इधर जो पूछा है कोफिशिएंट ऑफ या न्यूमेरिकल कोफिशिएंट ऑफ x मतलब कि x ਦਾ ਸਾਥੀ 2, ਤੇ ਇਸੇ ਤਰੀਕੇ ਨਾਲ ਜੇ ਕੱਲਾ ਕੋਫੀਸ਼ੀਐਂਟ ਵੀ ਪੁੱਛਿਆ ਜਾਂਦਾ ਤਾਂ ਵੀ ਆਨਸਰ 2 ਹੀ ਆਣਾ ਸੀ, ਕਿਉਂਕਿ x ਦੇ ਨਾਲ ਹੋਰ ਕੁਝ ਹੈ ਹੀ ਨਹੀਂ, ਦੋਨਾਂ ਦੇ ਕੇਸਿਸ ਦੇ ਵਿੱਚ ਸੇਮ ਆਨਸਰ ਆ ਗਿਆ। तो ਇਹ ਹੁੰਦਾ ਵਾ ਨਿਊਮੈਰੀਕਲ ਕੋਫੀਸ਼ੀਐਂਟ ਤੇ ਸਿੰਪਲ ਕੋਫੀਸ਼ੀਐਂਟ ਦੇ ਵਿੱਚ ਫਰਕ, ਠੀਕ ਹੈ। ਤੇ ਇੰਟਰੋਡਕਸ਼ਨ ਪਤਾ ਲੱਗ ਗਈ ਹੋਣੀ ਹੈ। ਹੁਣ ਤੁਸੀਂ ਸਕਰੀਨਸ਼ਾਟਸ ਦੇਖੋ ਵੀ ਮੈਂ ਤੁਹਾਨੂੰ ਦਿਖਾਣਾ ਵੀ ਸਕਰੀਨਸ਼ਾਟ ਦੇ ਵਿੱਚ ਕੀ ਦਿੱਤਾ ਹੋਇਆ, ਬੁੱਕ ਦੇ ਵਿੱਚ ਕੀ ਦਿੱਤਾ ਹੋਇਆ, ਹੁਣ ਉਹਨੂੰ ਪੜੋ ਤੇ ਇਹਨੂੰ ਕੰਪੇਅਰ ਕਰੋ ਦੇ ਨਾਲ ਕਿ ਮੈਂ ਜੋ ਦੱਸਿਆ ਤੇ ਉਹਦੇ ਜੋ ਲਿਖਿਆ ਕਿ ਉਹ ਸਹੀ ਚੀਜ਼ ਹੈ, ਓਕੇ। ਜੇ ਕੋਈ ਡਾਊਟ ਆਂਦਾ ਹੈ ਯੂ ਕੈਨ ਆਸਕ ਮੀ ਔਨ ਮਾਈ ਪਰਸਨਲ ਨੰਬਰ ਦੈਟ ਇਜ਼ ਗਿਵਨ ਹੇਅਰ, ਠੀਕ ਹੈ। ਇਹ ਤੇ WhatsApp ਵੀ ਚੱਲਦਾ ਹੈ ਤੇ ਪਰਸਨਲੀ ਤੁਸੀਂ ਮੈਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ। ਸਕਰੀਨਸ਼ਾਟ ਲੈਣਾ ਨਾ ਭੁੱਲਿਓ, ਜਿਹੜੀ ਚੀਜ਼ ਪੁੱਛਣੀ ਹੈ ਸਕਰੀਨਸ਼ਾਟ ਲੈ ਕੇ ਉਹਨੂੰ ਰਾਉਂਡ ਕਰਕੇ ਪੁੱਛ ਲਓ ਵੀ ਸਰ ਆਹ ਚੀਜ਼ ਕਿਵੇਂ ਹੋਈ, ਦੈਨ ਆਈ ਵਿਲ ਐਕਸਪਲੇਨ। ਬੁੱਕ ਦੇ ਨਾਲ ਕੰਪੇਅਰ ਕਰੋ, ਲੈਟਸ ਸੀ ਦਾ ਸਕਰੀਨਸ਼ਾਟਸ। Hopefully screenshot ਤੁਸੀਂ ਦੇਖ ਲਏ ਹੋਣਗੇ। Now write all the definitions of variable, constant, algebraic expression, numerical coefficient, coefficients and all that, okay। ਅੱਗੇ terms ਵੀ ਹੁੰਦੀਆਂ ਨੇ, terms ਵੀ ਮੈਂ ਤੁਹਾਨੂੰ ਦੱਸੀਆਂ ਨੇ that are separated by the sign plus or minus that are called terms, ਉਹ ਵੀ definition ਤੁਸੀਂ ਇਹ ਜਿਹੜੀ ਨੋਟ ਕਰ ਲੈਣੀ ਆਪਣੀ ਨੋਟਬੁੱਕਸ ਤੇ। ਆਪਾਂ ਹੁਣ ਗੱਲ ਕਰਾਂਗੇ like and unlike terms ਦੀ, ਸੋ ਇਹਨੂੰ ਨੋਟ ਕਰ ਲਓ, I will rub it। होपफुली तुसी नोट डाउन कर लिया होगा, स्क्रीनशॉट ले लिया होगा। आप हम आगे चलते हैं लाइक ते अनलाइक टर्म्स वाले। लाइक टर्म्स ते अनलाइक टर्म्स, इन्हों आपां सिमिलर टर्म्स भी कह लैंदे आ ते इन्हों आपां डिससिमिलर टर्म्स भी कह लैंदे आ, ओके। सो जिद्दां मर्जी क्या होवे मीनिंग सेम है। ਤੁਸੀਂ ਕਦੇ ਪਹਿਲਾਂ ਆਪਾਂ ਕੁਝ ਇਕੁਏਸ਼ਨਸ ਕਰਦੇ ਸੀ ਜਿਹਦੇ ਵਿੱਚ ਆਪਾਂ ਦੇਖਿਆ ਹੋਣਾ ਤੁਸੀਂ ਕਿ 2x ਤੇ 5x ਆਪਾਂ ਐਡ ਕਰ ਸਕਦੇ ਸੀ, ਇਹਨੂੰ ਆਪਾਂ 7x ਬਣਾ ਲੈਂਦੇ ਸੀ। ਕਿਵੇਂ? ਕਿਉਂ? ਕਿਉਂਕਿ ਇਹਨਾਂ ਦੀਆਂ ਟਰਮਸ ਸੇਮ ਨੇ, ਦੇ ਆਰ ਲਾਈਕ ਟਰਮਸ, ਦੈਟ ਇਜ਼ ਵਾਈ ਦੇ ਆਰ ਐਡਡ, ਠੀਕ ਹੈ। ਇਸੇ ਕਰਕੇ ਆਪਾਂ ਇਹਨੂੰ ਐਡ ਕਰਦੇ ਹਾਂ ਕਿਉਂਕਿ ਇਹ ਲਾਈਕ ਟਰਮਸ ਨੇ, x ਦੀ ਪਾਵਰ 1 ਹੈ ਦੋਨਾਂ ਦੀ ਕੇਸ ਦੇ ਵਿੱਚ, ਮਤਲਬ ਕਿ ਦੋਨਾਂ ਕੋਲ ਇੱਕ x ਹੈ, ਸੋ ਦੈਟ ਇਜ਼ ਵਾਈ ਦੇ ਆਰ ਗੋਇੰਗ ਟੂ ਐਡ। ਅਦਰਵਾਈਜ਼ ਜੇਕਰ ਸਾਡੇ ਕੋਲ ਇਦਾਂ ਹੋਵੇ 2x ਤੇ
5y इन्हें एक्सप्रेशन ने बिल्कुल चेंज नहीं होना बिकॉज बोथ द टर्म्स आर नॉट लाइक टर्म्स ਜਾਂ ਫਿਰ ਆਪਾਂ ਅਨਲਾਈਕ ਟਰम्स ਕਹਿ ਸਕਦੇ ਆ ਇਹ ਇਹਨਾਂ ਨੇ ਐਡ ਨਹੀਂ ਹੋਣਾ ਠੀਕ ਹੈ ਇਹੀ ਜਿਹੜਾ ਫੰਡਾ ਇਹਦੇ ਵਿੱਚ ਲੱਗਣਾ ਲਾਈਕ ਟਰम्स ਕਿਹੜੀਆਂ ਹੁੰਦੀਆਂ ਨੇ ਜਿਵੇਂ ਕਿ 7x2y ਤੇ ਮੈਂ ਲਿਖਦਾ ਵਾਂ 2yx2 ਕਈਆਂ ਨੇ ਕਨਫਿਊਜ਼ ਹੋ ਜਾਂਦੇ ਹੁੰਦੇ ਆ ਕਿ ਇੱਥੇ ਸਕੁਅਰ ਵਾਲੀ ਟਰਮ ਹੈ ਫਿਰ y ਹੈ ਫਿਰ ਇੱਥੇ y ਇਕੱਲਾ ਹੈ ਤੇ x2 ਹੈ ਤੁਸੀਂ ਕੀ ਦੇਖਣਾ ਹੈ वेरिएबल्स कितने ने एक x ਤੇ y इधर भी हैगे ने x एंड y हैगे ने ओके ਉਸ ਤੋਂ ਬਾਅਦ ਇਸ ਵੇਰੀਏਬਲ ਦੀ ਪਾਵਰ ਕਿੰਨੀ ਹੈ 2 x ਦੀ ਪਾਵਰ ਇਧਰ ਵੀ 2 ਹੈ ਇੱਥੇ ਵੇਰੀਏਬਲ ਦੀ ਪਾਵਰ ਜੇ ਕੁਝ ਨਹੀਂ ਲਿਖੀ ਤਾਂ 1 ਤੇ ਇੱਥੇ ਵੀ ਵੇਰੀਏਬਲ ਦੀ ਪਾਵਰ 1 ਜਦੋਂ ਆਪਣੇ ਕੋਲ ਦੋ ਟਰਮਸ ਜਿਹੜੀਆਂ ਆਪਾਂ ਕੰਪੇਅਰ ਕਰ ਰਹੇ ਹਾਂ ਜਿਵੇਂ ਆ ਇੱਕ ਟਰਮ ਹੈ ਕਿਉਂਕਿ ਸਾਰਾ ਕੁਝ ਮਲਟੀਪਲ ਹੈ ਕੁਝ ਵਿੱਚ ਐਡ ਵਾਲਾ ਨਹੀਂ ਲਿਖਿਆ ਹੋਇਆ ਇੱਕੋ ਹੀ ਟਰਮ ਹੈ ਇਹ ਵੀ ਇੱਕ ਟਰਮ ਹੈ ਇਹਦੇ ਵਿੱਚ ਕੀ ਹੈ ਆਪਣੇ ਕਨਸਟੈਂਟ ਜੋ ਮਰਜ਼ੀ ਹੋਣ ਮਤਲਬ ਕਿ ਨੂਮੈਰੀਕਲ ਕੋਐਫੀਸ਼ੀਐਂਟਸ ਜੋ ਮਰਜ਼ੀ ਹੋਣ ਕੋਈ ਫਰਕ ਨਹੀਂ ਪੈਂਦਾ ਇਹਨਾਂ ਦੇ ਵੇਰੀਏਬਲਸ ਐਂਡ देयर ਪਾਵਰਸ should be same then they are called like terms ਇਹਨਾਂ ਨੇ like terms ਆਪਾਂ ਕਹਾਂਗੇ ਬਟ ਇਹੀ ਮੈਂ ਜੇਕਰ unlike terms ਦੀ ਗੱਲ ਕਰਾਂ ਕਈ ਵਾਰ ਇਦਾਂ ਲਿਖਿਆ ਹੁੰਦਾ 7x2y 2y2x ਕਨਫਿਊਜ਼ਨ ਇੱਥੇ ਬੱਚਿਆਂ ਨੂੰ ਕੀ ਹੁੰਦੀ ਹੈ ਆ ਨਹੀਂ ਦੇਖਦੇ ਕਿ x2y ਹੈ ਇੱਥੇ y2x ਹੈ ਉਹ ਹੀ ਦੇਖਦੇ ਨੇ ਪਾਵਰ ਸੇਮ ਹੈ ਚਲੋ ਜੀ ਲਾਈਕ ਹੀ ਹੋਣਗੀਆਂ ਐਡ ਕਰ ਦਿੰਦੇ ਆ ਬਟ ਨਹੀਂ ਇਹ ਅਲੱਗ ਨੇ xy ਹੈਗੇ ਨੇ ਵੇਰੀਏਬਲ ਬਟ x ਦੀ ਪਾਵਰ ਇੱਥੇ 2 ਇੱਥੇ 1 ਹੈ ਇੱਥੇ 1 ਹੈ ਇੱਥੇ 2 ਹੈ ਫਰਕ ਹੋ ਗਿਆ ਸੋ ਦੇ ਆਰ ਅਨਲਾਈਕ ਟਰਮਸ ਸੋ ਐਦਾਂ ਹੀ ਆਪਾਂ ਕੰਪੇਅਰ ਕਰਨਾ ਹੈ ਮੈਂ ਕੁਝ ਇੱਕ ਦੋ ਕੁਐਸਚਨਸ ਵੀ ਕਰਵਾਉਂਗਾ ਐਕਸਰਸਾਈਜ਼ ਚੋਂ ਤੇ ਤੁਹਾਨੂੰ ਸਮਝ ਆ ਜਾਏਗਾ ਪੂਰੀ ਤਰ੍ਹਾਂ ਨਾਲ ਕਿ ਲਾਈਕ ਤੇ ਅਨਲਾਈਕ ਟਰਮਸ ਹੁੰਦੀਆਂ ਕਿਵੇਂ ਤੇ ਆਪਾਂ ਕਿੱਦਾਂ ਉਹਨੂੰ ਕਰ ਲੈਣਾ ਵੈਸੇ ਤਾਂ ਸਮਝ ਆ ਗਿਆ ਹੁਣ ਬਟ ਫਿਰ ਵੀ ਕੁਐਸਚਨਸ ਕਰਾਂਗੇ ਨਾ ਤੁਹਾਨੂੰ ਫਿਰ ਜ਼ਿਆਦਾ ਸਮਝ ਆਏਗਾ ਇਹਨਾਂ ਦੇ ਬੇਸਿਸ ਤੇ ਹੀ ਆਪਾਂ ਦੋ ਟਰਮਸ ਐਡ ਜਾਂ ਸਬਟ੍ਰੈਕਟ ਕਰਦੇ ਹੁੰਦੇ ਆ ਜਿਵੇਂ ਆ ਦੋ ਟਰਮਸ ਦੀ ਮੈਂ ਗੱਲ ਕਰ ਰਿਹਾ ਸੀ ਇਹਨਾਂ ਨੂੰ ਐਡ ਆਪਾਂ ਤਾਂ ਹੀ ਕਰ ਪਾ ਰਹੇ ਹਾਂ ਕਿਉਂਕਿ ਦੇ ਆਰ ਲਾਈਕ ਟਰਮਸ ਜੇ ਲਾਈਕ ਟਰਮਸ ਨਹੀਂ ਹੈਗੀਆਂ ਜਿਵੇਂ ਆ ਨਹੀਂ ਹੈ ਤਾਂ ਇਹਨਾਂ ਨੂੰ ਕੁਝ ਵੀ ਐਡ ਸਬਟ੍ਰੈਕਟ ਕੁਝ ਵੀ ਨਹੀਂ ਹੋ ਸਕਦੀ ਬਸ ਇੱਦਾਂ ਹੀ ਰਹਿਣਾ ਇਹਨੇ ਕੋਈ ਚੇਂਜ ਨਹੀਂ ਆਣਾ ਠੀਕ ਹੈ ਤੇ ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲ ਟਾਈਪਸ ਆਫ ਪੋਲੀਨੋਮੀਅਲਸ ਐਕਚੁਅਲੀ ਪੋਲੀਨੋਮੀਅਲਸ ਦੀ ਟਾਈਪਸ ਨੇ ਕੁਝ ਬਟ ਆਪਾਂ ਐਲਜੈਬਰਿਕ ਐਕਸਪ੍ਰੈਸ਼ਨ ਦੀ ਟਾਈਪਸ ਕਹਿ ਲੈਂਦੇ ਆ ਠੀਕ ਹੈ what is a polynomial first of all algebraic identities ਜਾਂ algebraic expressions ਜਿਹੜੀਆਂ ਨੇ ਉਹਨਾਂ ਦੀ ਹੀ ਅੱਗੇ ਸਬ ਡਿਵੀਜ਼ਨ ਹੈ ਕਹ ਲੋ ਕਿ ਫਾਰਮ ਹੈ ਇੱਕ ਜਿਹਨੂੰ ਆਪਾਂ ਪੋਲੀਨੋਮੀਅਲ ਕਹਿੰਦੇ ਆ ਜਾਂ ਫਿਰ ਕਹ ਲੋ ਕਿ ਮੋਨੋਮੀਅਲ ਬਾਇਨੋਮੀਅਲ ਟ੍ਰਾਈਨੋਮੀਅਲ ਪੋਲੀਨੋਮੀਅਲ ਇਦਾਂ ਕਹਿੰਦੇ ਆ ਉਹ ਕੀ ਚੀਜ਼ ਨੇ that I will explain ਸੋ ਸਭ ਤੋਂ ਪਹਿਲਾਂ ਇਹਨੂੰ ਤੁਸੀਂ ਨੋਟ ਕਰ ਲਓ ਮਾੜਾ ਜਿਹਾ वैसे स्टार्ट करना चाहिए पॉलीनोमियल्स को बट बुक ਦੇ ਵਿੱਚ ਉਲਟ ਲਿਖਿਆ ਹੈ ਪਰ ਮੈਂ ਤੁਹਾਨੂੰ ਪੋਲੀਨੋਮੀਅਲਸ ਤੋਂ ਸਟਾਰਟ ਕਰਨਾ ਵਾਟ ਇਜ਼ ਅ ਪੋਲੀਨੋਮੀਅਲ ਹੈਗੀਆਂ ਇਹ ਵੀ ਐਲਜੈਬਰਿਕ ਐਕਸਪ੍ਰੈਸ਼ਨਸ ਹੀ ਨੇ ਇਹਦੇ ਵਿੱਚ ਵੀ ਵੇਰੀਏਬਲਸ ਹੁੰਦੇ ਨੇ ਇਹਦੇ ਵਿੱਚ ਵੀ ਕਨਸਟੈਂਟ ਵੈਲਿਊਜ਼ ਹੁੰਦੀਆਂ ਇਹਦੇ ਵਿੱਚ ਵੀ ਕੋਐਫੀਸ਼ੀਐਂਟਸ ਹੁੰਦੇ ਨੇ ਟਰਮਸ ਹੁੰਦੀਆਂ ਨੇ ਬਟ ਕੀ ਫਰਕ ਹੈ ਫਿਰ ਐਲਜੈਬਰਿਕ ਐਕਸਪ੍ਰੈਸ਼ਨ ਦੇ ਵਿੱਚ ਤੁਸੀਂ ਨੋਟ ਕੀਤਾ ਹੋਣਾ ਹੈ ਇਦਾਂ ਦੀ ਐਕਸਪ੍ਰੈਸ਼ਨ ਸੀ ਨਾ ਜਿਹੜੀ ਇਹਨੂੰ ਵੀ ਆਪਾਂ ਐਲਜੈਬਰਿਕ ਐਕਸਪ੍ਰੈਸ਼ਨ ਕਹਿ ਦਿੰਦੇ ਸੀ ਬਟ ਇਹਦੇ ਚ ਤੇ ਪੋਲੀਨੋਮੀਅਲ ਚ ਕੀ ਫਰਕ ਹੈ ਪੋਲੀਨੋਮੀਅਲ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ degree or we can say power of variables should be a natural number ਕਿ ਜਿਹੜੇ ਐਕਸਪ੍ਰੈਸ਼ਨ ਦੇ ਵਿੱਚ ਸਾਡੇ ਕੋਲ x ਤੇ y ਦੀਆਂ ਪਾਵਰਸ ਜਿਹੜੀਆਂ x y z ਜਿਹੜਾ ਮਰਜ਼ੀ ਵੇਰੀਏਬਲ ਹੋਵੇ ਉਹਦੀ ਪਾਵਰ ਨੈਚੁਰਲ ਨੰਬਰ ਹੋਣੀ ਚਾਹੀਦੀ ਹੈ ਤਾਂ ਹੀ ਆਪਾਂ ਉਹਨੂੰ ਪੋਲੀਨੋਮੀਅਲ ਕਹਿ ਸਕਦੇ ਹਾਂ ਫੋਰ ਐਗਜ਼ਾਮਪਲ ਜਿਵੇਂ ਮੈਂ ਲਿਖਦਾ 2a ਦੀ ਪਾਵਰ 10 3z ਦੀ ਪਾਵਰ 12 6x ਦੀ ਪਾਵਰ ਸਮਥਿੰਗ ਕੁਝ ਵੀ ਲਿਖੀ ਜਾਂਦੇ ਆਪਾਂ ਠੀਕ ਹੈ ਇਹਨਾਂ ਦੇ ਵਿੱਚ ਕੀ ਹੈ a z ਤੇ x ਵੇਰੀਏਬਲਸ ਨੇ ਇਹਨਾਂ ਦੀ ਪਾਵਰ ਨੈਚੁਰਲ ਨੰਬਰ ਕਿਹੜੇ ਹੁੰਦੇ ਨੇ ਫਰੋਮ 1 ਟੂ ਇਨਫਿਨਿਟੀ ਕੁਝ ਵੀ ਆਪਾਂ ਨੰਬਰ ਲੈ ਸਕਦੇ ਹਾਂ 1 2 3 4 5 6 7 8 9 10 ਮਤਲਬ ਗਿਣਤੀ ਜਿਹੜੀ ਆਪਾਂ ਨਾਰਮਲ ਕਰਦੇ ਹਾਂ ਜਿੰਨੀ ਮਰਜ਼ੀ ਇਨਫਿਨਿਟੀ ਵੱਡੀ ਤੋਂ ਵੱਡੀ ਤੁਸੀਂ ਪਾਵਰ ਰੱਖ ਸਕਦੇ ਹੋ ਠੀਕ ਹੈ बट नेचुरल नंबर होनी चाहिए है सो a की पावर 10 नेचुरल नंबर है 12 भी नेचुरल नंबर है 2 भी नेचुरल नंबर है सो देखा जाए तो ये की है ये एक पॉलीनोमियल है ओके क्योंकि ये पावर जी है नेचुरल नंबर होनी चाहिए नेचुरल के अलावा की नहीं होनी चाहिए इट शुड नॉट बी ये जो आदत है कि नेचुरल होनी चाहिए बट फिर की नहीं होनी चाहिए इट शुड नॉट बी नेगेटिव पावर नेगेटिव नहीं होनी चाहिए it should not be p upon q form ਇਹ ਵੀ ਮੈਂ ਦੱਸਦਾ ਵੈਸੇ ਐਗਜ਼ਾਮਪਲ ਦੇ ਥਰੂ ਤੁਹਾਨੂੰ ਦੱਸਦਾ ਹੈ ਦਿੱਤੀ ਹੋਈ ਵੈਸੇ ਮੈਂ p upon q form ਨਹੀਂ ਹੋਣੀ ਚਾਹੀਦੀ
ਤੇ ਕੋਈ ਵੀ ਇਸ ਤੋਂ ਇਲਾਵਾ ਡੈਸੀਮਲ ਵਾਲੀ ਨੰਬਰ, ਡੈਸੀਮਲ ਪੁਆਇੰਟ ਵਾਲਾ ਨਹੀਂ ਹੋਣਾ ਚਾਹੀਦਾ, ਜਾਂ ਇਰੈਸ਼ਨਲ ਨੰਬਰ ਨਹੀਂ ਹੋਣੀ ਚਾਹੀਦੀ, ਠੀਕ ਹੈ ਨਾ। ਪਾਵਰ ਜਿਹੜੀ ਡੈਸੀਮਲ ਫਾਰਮ ਚ ਨਹੀਂ ਹੋਣੀ ਚਾਹੀਦੀ, ਤੇ ਕੋਈ ਵੀ ਇਰੈਸ਼ਨਲ ਨੰਬਰ ਨਹੀਂ ਹੋਣੀ ਚਾਹੀਦੀ। ਚਲੋ ਉਹ ਤੇ ਹਲੇ ਆਪਾਂ ਗੱਲ ਹੀ ਨਹੀਂ ਕਰ ਰਹੇ ਨਾ, ਉਦਾਂ ਦਾ ਕੁਐਸਚਨ ਆਣਾ ਹੀ ਨਹੀਂ ਤੁਹਾਨੂੰ, ਬਟ ਤੁਹਾਨੂੰ ਹੌਲੀ ਹੌਲੀ ਪਤਾ ਲੱਗੇਗਾ, ਬਟ ਇਰੈਸ਼ਨਲ ਨੰਬਰਸ ਅੱਗੇ ਪਤਾ ਲੱਗੇਗਾ, ਠੀਕ ਹੈ। ਹੁਣ ਇੱਥੇ ਦੇਖੋ, ਇਹ ਐਲਜੈਬਰਿਕ ਆਇਡੈਂਟੀਟੀ, ਐਲਜੈਬਰਿਕ ਐਕਸਪ੍ਰੈਸ਼ਨ ਤਾਂ ਹੈ, ਬਟ ਇਹ ਪੋਲੀਨੋਮੀਅਲ ਨਹੀਂ ਹੈ। ਕਿਵੇਂ? ਜਦੋਂ ਐਕਸਪੋਨੈਂਟ ਦੇ ਵਿੱਚ ਨਾ ਵੈਸੇ ਇੱਕ ਰੂਲ ਹੁੰਦਾ ਹੈ ਕਿ ਕਿਸੇ ਵੀ ਚੀਜ਼ ਦੀ ਪਾਵਰ ਨੀਚੇ, ਜਿਵੇਂ 1 ਬਾਈ ਸਮਥਿੰਗ ਹੈ, ਜਿਵੇਂ y ਹੈ, ਇਹਦੇ ਨੀਚੇ ਹੈ ਨਾ y, ਸੋ ਵੀ ਕੈਨ ਟੇਕ ਇਟ ਐਜ਼ ਲਾਈਕ ਦਿਸ ਆਲਸੋ, y ਲਿਖ ਲੈਂਦੇ। ਚਲੋ ਮੈਂ y ਨੂੰ ਉੱਪਰ ਲੈ ਕੇ ਜਾਵਾਂਗਾ ਤਾਂ ਇਹ ਕੀ ਹੋ ਜਾਏਗਾ, y ਦੀ ਪਾਵਰ ਇੱਥੇ ਕਿੰਨੀ ਹੈ, 1 ਹੈ, ਉੱਪਰ ਲੈ ਕੇ ਜਾਵਾਂਗਾ ਤਾਂ y ਦੀ ਪਾਵਰ -1 ਹੋ ਜਾਏਗੀ। ਜੇ ਮੇਰੇ ਕੋਲ ਨੀਚੇ y ਦੀ ਪਾਵਰ 2 ਹੈ ਤਾਂ ਉੱਪਰ ਲੈ ਕੇ ਜਾਵਾਂਗਾ y ਦੀ ਪਾਵਰ -2 ਹੋ ਜਾਏਗੀ। ਜੇ ਮੇਰੇ ਕੋਲ ਨੀਚੇ y ਦੀ ਪਾਵਰ 3 ਹੈ ਤਾਂ ਉੱਪਰ ਲੈ ਕੇ ਜਾਵਾਂਗਾ y ਦੀ ਪਾਵਰ -3 ਹੋ ਜਾਏਗੀ। ਮਤਲਬ ਕਿ ਡਿਨੋਮੀਨੇਟਰ ਤੋਂ ਨਿਊਮਰੇਟਰ ਚ ਲਿਆਉਣ ਲੱਗਿਆ ਪਾਵਰ ਨੈਗੇਟਿਵ ਹੋ ਜਾਂਦੀ ਹੈ। ਤੇ ਸਾਨੂੰ ਪਤਾ ਹੈ ਕਿ ਜੇਕਰ ਮੈਂ ਇੱਥੇ 5x ਤਾਂ ਪਹਿਲਾਂ ਹੀ ਉੱਪਰ ਹੈ, y ਜਿਹੜਾ ਨੀਚੇ ਹੈ ਉਹਨੂੰ ਉੱਪਰ ਲਿਆਵਾਂਗਾ, ਇਹਦੇ ਮਲਟੀਪਲ ਚ ਆਏਗਾ, ਫਿਰ y ਉਹਦੀ ਪਾਵਰ -1 ਹੋ ਜਾਏਗੀ। ਵੇਰੀਏਬਲ ਦੀ ਪਾਵਰ ਨੈਗੇਟਿਵ ਹੋਗੀ ਜਦੋਂ, ਉਦੋਂ ਆਪਾਂ ਉਹਨੂੰ ਪੋਲੀਨੋਮੀਅਲ ਨਹੀਂ ਕਹਿ ਸਕਦੇ। ਸੋ ਇਹ ਪੋਲੀਨੋਮੀਅਲ ਇਸ ਕਰਕੇ ਵੀ ਨਹੀਂ ਹੈ। ਹੋਰ ਕਿਹੜਾ ਕਾਰਨ ਹੈ? ਸਕੁਅਰ ਰੂਟ। ਤੁਹਾਨੂੰ ਜਦੋਂ ਮੈਂ ਸਕੁਅਰ ਰੂਟ ਵਾਲਾ ਚੈਪਟਰ ਕਰਵਾਇਆ ਸੀ, ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਸਕੁਅਰ ਰੂਟ ਦਾ ਮਤਲਬ ਕੀ ਹੈ। ਸਕੁਅਰ ਰੂਟ ਆਫ ਐਨੀ ਨੰਬਰ ਇਜ਼ ਐਕਚੁਅਲੀ ਇਟਸ ਰੇਜ਼ ਟੂ ਪਾਵਰ 1/2। ਹੁਣ ਜਦੋਂ ਆਪਾਂ ਸਕੁਅਰ ਰੂਟ ਨੂੰ ਉਸੇ ਵੇਰੀਏਬਲ ਦੀ ਪਾਵਰ p/q ਫਾਰਮ 'ਚ ਲਿਖ ਰਹੇ ਹਾਂ, ਮਤਲਬ 1/2 ਲਿਖ ਰਹੇ ਹਾਂ, ਤੇ ਮੈਂ ਤੁਹਾਨੂੰ ਦੱਸਿਆ ਸੀ ਕਿ p/q ਫਾਰਮ ਨਹੀਂ ਹੋਣੀ ਚਾਹੀਦੀ। ਸੋ ਇਹਦੀ ਪਾਵਰ ਆਪਾਂ ਲਿਖ ਸਕਦੇ ਹਾਂ ਲਾਈਕ ਦਿਸ 1/2। ਸੋ ਇਹ ਵੀ ਇੱਕ ਕਾਰਨ ਹੈ ਕਿ ਇਹ ਪੋਲੀਨੋਮੀਅਲ ਨਹੀਂ ਹੈ। ਸੋ ਪੋਲੀਨੋਮੀਅਲ ਦੀ ਕੰਡੀਸ਼ਨ ਕੀ ਹੈ? ਓਨਲੀ ਐਂਡ ਓਨਲੀ ਨੈਚੁਰਲ ਨੰਬਰ ਵੈਲਿਊ ਜਿਹੜੀ ਉਹਦੀ ਪਾਵਰ ਹੋਣੀ ਚਾਹੀਦੀ ਹੈ। ਵੇਰੀਏਬਲ ਭਾਵੇਂ 1 ਹੋਵੇ, 2 ਹੋਵੇ, 3 ਹੋਵੇ, 4 ਹੋਵੇ, ਜਿੰਨੇ ਮਰਜ਼ੀ ਹੋਣ, ਵੇਰੀਏਬਲ ਦੀ ਕੋਈ ਦਿੱਕਤ ਨਹੀਂ। ਉਹ ਸਾਰੇ ਵੇਰੀਏਬਲਸ ਦੀ ਪਾਵਰ ਜਿਹੜੀ ਹੈ ਉਹ ਨੈਚੁਰਲ ਨੰਬਰ ਹੋਣੀ ਚਾਹੀਦੀ ਹੈ। ਪਾਵਰ ਇਹਨੂੰ ਕਹਿੰਦੇ ਆਪਾਂ a⁻10, z ਦੀ ਪਾਵਰ 12, x⁻2, x ਸਕੁਅਰ ਵੀ ਜਿਹਨੂੰ ਕਹਿੰਦੇ ਆ। ਸੋ ਇਹਨੂੰ ਕਹਿੰਦੇ ਪਾਵਰ ਜਿਹੜੀ ਇਹਨਾਂ ਦੀ ਆਪਾਂ ਲਿਖੀ ਹੈ। ਓਕੇ, ਸੋ ਇਹ ਜਿਹੜੀ ਹੈ ਜ਼ਰੂਰੀ ਹੈ ਕਿ ਪਾਵਰ ਨੈਚੁਰਲ ਨੰਬਰ ਹੋਵੇ। ਇਸ ਤੋਂ ਇਲਾਵਾ ਨੈਗੇਟਿਵ ਜਾਂ 1/2 ਫਾਰਮ 'ਚ ਜਾਂ ਫਿਰ ਕੋਈ ਵੀ p/q ਫਾਰਮ ਦੇ ਵਿੱਚ ਨਹੀਂ ਹੋਣੀ ਚਾਹੀਦੀ। ਤੇ ਆਨਸਰ ਜਿਹੜਾ ਆਪਾਂ ਫਿਰ ਕੀ ਲਿਖਾਂਗੇ? ਇਟ ਇਜ਼ ਨਾਟ ਪੋਲੀਨੋਮੀਅਲ ਬਿਕੋਜ਼ ਜਾਂ ਤਾਂ ਉਹਦੀ ਪਾਵਰ ਨੈਗੇਟਿਵ ਵਾਲਾ ਤੁਸੀਂ ਰੀਜ਼ਨ ਦੇ ਦਿਓ, ਤੇ ਜਾਂ ਫਿਰ ਇਟਸ ਪਾਵਰ ਇਜ਼ ਇਨ ਦਾ ਫਾਰਮ p/q। ਫਿਰ ਸ਼ੋਅ ਕਰਨਾ ਤੁਸੀਂ ਇੱਥੇ ਪਹਿਲਾਂ ਇਹਨੂੰ ਇਦਾਂ ਬਣਾ ਕੇ ਫਿਰ ਤੁਸੀਂ ਦੱਸਣਾ ਹੈ ਵੀ ਹਾਂ ਇਹਦੀ ਪਾਵਰ p/q ਬਣ ਗਈ, ਫਿਰ ਪੋਲੀਨੋਮੀਅਲ ਨਹੀਂ। ਪੋਲੀਨੋਮੀਅਲ ਦੀ ਅੱਗੇ ਆਪਣੇ ਕੋਲ ਜਿਹੜੀਆਂ ਨੇ 2 ਜਾਂ 3 ਟਾਈਪਸ ਜਿਹੜੀਆਂ ਨੇ, ਉਹ 3 ਟਾਈਪਸ ਨੇ ਐਕਚੁਅਲੀ। 3 ਟਾਈਪਸ ਨੇ ਜਿਹੜੀਆਂ ਪੋਲੀਨੋਮੀਅਲ ਦੀਆਂ ਦੱਸੀਆਂ ਗਈਆਂ ਨੇ ਔਨ ਦਾ ਬੇਸਿਸ ਆਫ ਦਾ ਟਰਮਸ, ਨੰਬਰ ਆਫ ਟਰਮਸ ਇਟ ਇਜ਼ ਹੈਵਿੰਗ। ਓਕੇ, ਸੋ ਆਪਾਂ ਉਹ ਵੀ ਕਰਦੇ ਹਾਂ, ਇਹਨੂੰ ਨੋਟ ਕਰ ਲਓ ਪਹਿਲਾਂ, ਫਿਰ ਆਪਾਂ ਪੋਲੀਨੋਮੀਅਲ ਦੀਆਂ ਜਿਹੜੀ 3 ਟਾਈਪਸ ਨੇ ਉਹ ਵੀ ਕਰਦੇ ਹਾਂ, ਫਿਰ ਡਿਗਰੀ ਆਫ ਪੋਲੀਨੋਮੀਅਲ ਵੀ ਕਰਾਂਗੇ। ਉਸ ਤੋਂ ਬਾਅਦ ਐਕਸਰਸਾਈਜ਼ ਦੇ ਕੁਝ ਸਮਝ ਕਰਨੇ ਆ, ਐਂਡ ਆਫਟਰ ਦੈਟ ਵੀ ਵਿਲ ਐਂਡ ਅਪ ਦਾ ਵੀਡੀਓ। ਸੋ ਇਹਨੂੰ ਨੋਟ ਕਰ ਲਓ। ਆਪਣੇ ਕੋਲ ਪੋਲੀਨੋਮੀਅਲ ਦੀਆਂ 3 ਟਾਈਪਸ ਨੇ, ਮੋਨੋਮੀਅਲ, ਬਾਇਨੋਮੀਅਲ ਤੇ ਟ੍ਰਾਈਨੋਮੀਅਲ। ਇਸ ਕੰਮ ਆਣੀਆਂ ਨੇ ਅੱਗੇ, ਇਸ ਕਰਕੇ ਮੈਂ ਕਹਿ ਰਿਹਾ ਤੁਹਾਨੂੰ ਬਾਰ-ਬਾਰ ਵੀ ਇਹਨੂੰ ਯਾਦ ਰੱਖਣਾ ਤੁਸੀਂ, ਠੀਕ ਹੈ। ਮੋਨੋ ਦਾ ਮਤਲਬ 1, ਬਾਈ ਦਾ ਮਤਲਬ 2 ਤੇ ਟਰਾਈ ਦਾ ਮਤਲਬ 3। ਜਿਹੜੇ ਪੋਲੀਨੋਮੀਅਲ ਦੀ ਇੱਕ ਟਰਮ ਹੋਏਗੀ, ਜਿਵੇਂ ਕਿ 2xy ਲਿਖ ਲਓ ਭਾਵੇਂ, ਜਾਂ 6x ਦੀ ਪਾਵਰ 10 ਲਿਖ ਲਓ, ਭਾਵੇਂ 110 ਲਿਖ ਲਓ, ਜੋ ਮਰਜ਼ੀ ਲਿਖ ਲਓ, ਟਰਮ ਤਾਂ ਇੱਕੋ ਹੀ ਹੈ ਨਾ, ਪਲੱਸ ਮਾਈਨਸ ਕੁਝ ਵੀ ਨਹੀਂ ਹੈ, ਸੈਪਰੇਸ਼ਨ ਨਹੀਂ ਹੈ। ਸੋ ਜਦੋਂ ਇੱਕੋ ਹੀ ਟਰਮ ਹੋਏਗੀ ਉਹਨੂੰ ਆਪਾਂ ਕੀ ਕਵਾਂਗੇ? ਮੋਨੋਮੀਅਲ। ਇਦਾਂ ਜਦੋਂ 2 ਟਰਮਸ ਹੋਣਗੀਆਂ xy + 3, ਅੱਛਾ ਚਲੋ ਇਦਾਂ ਨਹੀਂ ਹੁੰਦਾ, ਕਈ ਵਾਰੀ 3xy 2xy + 3xy ਬੱਚੇ ਸੋਚਦੇ 2 ਟਰਮਸ ਨੇ ਬਾਇਨੋਮੀਅਲ, ਬਟ ਨਹੀਂ, ਸੇਮ ਨੇ, ਲਾਈਕ ਟਰਮਸ ਨੇ। ਕਈ ਵਾਰੀ ਇਦਾਂ ਧੋਖਾ ਦਿੰਦੇ ਨੇ, ਲਾਈਕ ਟਰਮਸ ਨੂੰ ਪਹਿਲਾਂ ਐਡ ਕਰੋ, ਕੀ ਬਣ ਰਿਹਾ ਹੈ? 5xy ਹੈ ਨਾ, 2xy + 3xy ਬਿਕਮਸ 5xy। ਸੋ ਇਹ ਇੱਕ ਟਰਮ ਬਣ ਗਈ, ਇਹ ਇਧਰ ਕੇਸ 'ਚ ਆਏਗੀ। ਸੋ ਇਹਨੂੰ ਆਪਾਂ ਬਾਇਨੋਮੀਅਲ ਨਹੀਂ ਕਹਿ ਸਕਦੇ। ਬਾਇਨੋਮੀਅਲ ਕਿਹਨੂੰ ਕਵਾਂਗੇ? ਜਿਹਦੇ ਵਿੱਚ ਆਪਣੇ ਕੋਲ 2 ਅਲੱਗ-ਅਲੱਗ ਅਨਲਾਈਕ ਟਰਮਸ ਹੋਣਗੀਆਂ, 2x² + 3x, ਦੋਨੋਂ ਅਲੱਗ-ਅਲੱਗ ਟਰਮਸ ਨੇ, ਸੈਪਰੇਟਡ ਬਾਈ ਪਲੱਸ ਜਾਂ ਮਾਈਨਸ ਸਾਈਨ ਨਾਲ ਸੈਪਰੇਟ ਕਰ ਲਓ, ਇੱਕੋ ਗੱਲ ਹੈ। ਸੋ ਦੇ ਆਰ ਕਾਲਡ ਬਾਇਨੋਮੀਅਲ। ਇਸੇ ਤਰੀਕੇ ਨਾਲ ਟ੍ਰਾਈਨੋਮੀਅਲ 3x + 2y + z 3 ਹੋ ਗਈਆਂ। ਓਕੇ, ਕਈ ਵਾਰੀ ਮੈਂ ਤੁਹਾਨੂੰ ਦੱਸਿਆ ਹੈ 10 into ਜਿਵੇਂ ਆਪਾਂ ਪਹਿਲਾਂ ਕੀਤਾ ਸੀ 2x + 3y, ਅੰਦਰ ਮਲਟੀਪਲਾਈ ਕਰੋ 20x + 30y। ਸੋਲਵ ਕਰਨਾ ਜ਼ਰੂਰੀ ਹੈ, ਬ੍ਰੈਕਟ ਹਟਾਣੀ ਜ਼ਰੂਰੀ ਹੈ ਪਹਿਲਾਂ। ਉਸ ਤੋਂ ਬਾਅਦ ਦੇਖੋ ਕਿੰਨੀਆਂ ਟਰਮਸ ਨੇ, 1 2 ਟਰਮਸ ਨੇ, ਕਿਹੜਾ ਹੈ? ਇਟ ਕਮਸ ਅੰਡਰ ਦਾ ਬਾਇਨੋਮੀਅਲ ਕੈਟੇਗਰੀ। ਸੋ ਨੰਬਰ ਆਫ ਟਰਮਸ 1 ਨੇ ਤਾਂ ਮੋਨੋਮੀਅਲ, 2 ਨੇ ਤਾਂ ਬਾਇਨੋਮੀਅਲ, 3 ਨੇ ਤਾਂ ਟ੍ਰਾਈਨੋਮੀਅਲ। ਇਸੇ ਤਰੀਕੇ ਨਾਲ ਡਿਗਰੀ ਕੀ ਹੁੰਦੀ ਹੈ? ਡਿਗਰੀ ਆਫ ਅ ਪੋਲੀਨੋਮੀਅਲ
ਪੋਲੀਨੋਮੀਅਲ ਦੇ ਵਿੱਚ ਟਰਮਸ ਹੁੰਦੀਆਂ ਨੇ, ਇੱਕ ਆ ਦੇਖੋ ਇੱਕ ਟਰਮ ਹੈ, ਇਹਦੀ ਦੋਨਾਂ ਦੀ ਪਾਵਰ 1 1 ਹੈ। ਇੱਕੋ ਹੀ ਟਰਮ ਦੇ ਵਿੱਚ ਆਪਾਂ ਦੇਖਣੇ ਵੇਰੀਏਬਲ ਕਿੰਨੇ ਨੇ, ਵੇਰੀਏਬਲ ਦੀ ਪਾਵਰਸ ਕਿੰਨੀਆਂ ਨੇ 1 1। ਸੋ ਇਹ ਆਲ ਇਨ ਆਲ ਇੱਕ ਟਰਮ ਦੇ ਵਿੱਚ ਦੋ ਜਿਹੜੀ ਹੈ ਮੈਕਸਿਮਮ ਪਾਵਰ ਹੈ। ਸੋ ਇਸ ਪੋਲੀਨੋਮੀਅਲ ਦੀ ਡਿਗਰੀ ਕਿੰਨੀ ਹੋਈ 2। ਇਸੇ ਤਰੀਕੇ ਨਾਲ ਇੱਧਰ ਵੀ ਦੇਖੋ, ਇੱਧਰ ਵੀ 1 1 1 1 2 ਹੀ ਚੱਲੇਗਾ। ਇੱਥੇ ਦੇਖੋ x ਦੀ ਪਾਵਰ 2 ਹੈ, ਇੱਥੇ x ਦੀ ਪਾਵਰ 1 ਹੈ। ਮੈਕਸਿਮਮ ਪਾਵਰ ਆਪਾਂ ਲੈਣੀ ਹੈ, ਉਹ ਡਿਗਰੀ ਹੁੰਦੀ ਹੈ। ਇਹਦੀ ਆਪਾਂ ਲਿਖਿਆ ਹੈ ਡਿਗਰੀ ਕਿੰਨੀ ਹੈ ਜੀ 2। ਮੈਕਸਿਮਮ ਪਾਵਰ ਆਫ ਦਾ ਵੇਰੀਏਬਲ, ਜਿਹੜਾ ਵੀ ਵੇਰੀਏਬਲ ਵਿੱਚ ਹੈ ਉਹਦੇ ਚ ਉਹਦੀ ਮੈਕਸਿਮਮ ਪਾਵਰ ਕਿੰਨੀ ਹੈ, ਦੈਟ ਵਿਲ ਬੀ ਦਾ ਡਿਗਰੀ। ਹੁਣ ਜੇ ਆਪਾਂ ਨੂੰ ਇਦਾਂ ਦਾ ਕੁਐਸਚਨ 2x² y z plus z ਦੀ ਪਾਵਰ 3 ਲੈ ਲਓ, 3x y z। ਹੁਣ ਆਪਾਂ ਇਹਦੀ ਡਿਗਰੀ ਫਾਈਂਡ ਆਊਟ ਕਰਨੀ ਹੈ। ਕਿਵੇਂ ਫਾਈਂਡ ਆਊਟ ਕਰਾਂਗੇ, ਪਹਿਲਾਂ ਤਾਂ ਵੇਰੀਏਬਲ ਦੇਖੋ ਕਿੰਨੇ ਨੇ, 3 ਨੇ, ਕੋਈ ਚੱਕਰ ਨਹੀਂ। ਤਿੰਨਾਂ ਦੀ ਪਾਵਰ ਕਿੰਨੀ ਹੈ 2 ਹੈ, ਇਹਦੀ ਪਾਵਰ ਕੁਝ ਨਹੀਂ ਤਾਂ ਮਤਲਬ 1 ਹੈ, ਇਹਦੀ ਪਾਵਰ ਕਿੰਨੀ 3 ਹੈ। ਐਡ ਕਰੋ 6 ਹੋ ਗਈ ਟੋਟਲ ਪਾਵਰ, ਮਤਲਬ ਕਿ ਇਸ ਟਰਮ ਦੇ ਵਿੱਚ ਜਿਹੜੇ ਵੇਰੀਏਬਲਸ ਨੇ ਉਹਨਾਂ ਦੀ ਟੋਟਲ ਪਾਵਰ 6 ਬਣਦੀ ਪਈ ਹੈ। ਬਟ ਇੱਥੇ ਜੇਕਰ ਆਪਣੇ ਕੋਲ ਇੱਥੇ ਵੀ 3 ਵੇਰੀਏਬਲਸ ਨੇ, ਇਹਨਾਂ ਤਿੰਨਾਂ ਦੀ ਪਾਵਰ ਨੂੰ ਆਪਾਂ ਐਡ ਕੀਤਾ ਤਾਂ ਕਿੰਨਾ ਬਣਿਆ 3। ਪਾਵਰ ਜ਼ਿਆਦਾ ਕਿਹਦੀ ਹੈ, ਇਹਦੀ 6 ਦੀ। ਸੋ ਇਹਦੀ ਡਿਗਰੀ ਕਿੰਨੀ ਹੋਈ 6। ਠੀਕ ਹੈ। ਸੋ ਇਦਾਂ ਦੇ ਕੁਐਸਚਨਸ ਆ ਸਕਦੇ ਨੇ ਪੇਪਰ ਦੇ ਵਿੱਚ। ਤੇ ਹੁਣ ਆਪਾਂ ਕਰਾਂਗੇ ਇਹਦੇ ਰਿਲੇਟਡ ਕੁਝ ਕੁਐਸਚਨਸ ਫਰਮ ਦਾ ਐਕਸਰਸਾਈਜ਼, ਜੋ ਮੈਂ ਆਲਰੇਡੀ ਤੁਹਾਨੂੰ ਸਕਰੀਨਸ਼ਾਟ ਸ਼ੇਅਰ ਕਰ ਚੁੱਕਾ। ਉਹਦੇ ਵਿੱਚੋਂ ਤੁਹਾਨੂੰ ਮੈਂ ਕੁਐਸਚਨਸ ਇੱਕ ਇੱਕ ਦੋ ਦੋ ਕਰਵਾਉਂਗਾ, ਬਾਕੀ ਦੇ ਕੁਐਸਚਨ ਤੁਸੀਂ ਖੁਦ ਪ੍ਰਿਪੇਅਰ ਕਰਨੇ ਆ, ਆਪਣੇ ਆਪ ਤਿਆਰੀ ਕਰਨੀ ਹੈ, ਪ੍ਰੈਕਟਿਸ ਹੋ ਜਾਏਗੀ ਤੁਹਾਡੀ। ਫਿਰ ਜੇ ਕੋਈ ਕੁਐਸਚਨ ਨਹੀਂ ਸਮਝ ਆ ਰਿਹਾ, ਤੁਹਾਡੇ ਕੋਲ ਆਲਰੇਡੀ ਮੇਰਾ ਨੰਬਰ ਤਾਂ ਹੈ, ਤੁਸੀਂ ਉੱਤੇ ਪੁੱਛ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਸਕਰੀਨਸ਼ਾਟ ਲੈ ਕੇ ਭੇਜ ਦਿਓ, ਉਹ ਤੁਹਾਡੀ ਚੋਇਸ ਹੈ। ਓਕੇ। ਤੇ ਵੀਡੀਓ ਜੇਕਰ ਪਸੰਦ ਆਵੇ ਨਾ ਤਾਂ ਉਹਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਉਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਠੀਕ ਹੈ, ਤਾਂ ਕਿ ਮਿਹਨਤ ਜੇ ਕੋਈ ਕਰ ਰਿਹਾ ਤਾਂ ਫਿਰ ਉਹਦੇ ਫਾਇਦਾ ਵੀ ਲੈਣਾ ਚਾਹੀਦਾ ਕੁਝ। ਠੀਕ ਹੈ। ਸੋ ਇਹਨੂੰ ਨੋਟ ਡਾਊਨ ਕਰ ਲਓ। ਲੈਟਸ ਮੂਵ ਔਨ ਟੂ ਦਾ ਐਕਸਰਸਾਈਜ਼ ਨਾਓ। ਨੈਕਸਟ ਐਕਸਰਸਾਈਜ਼ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਸੀ 7.1 ਦਾ ਫਰਸਟ ਕੁਐਸਚਨ ਕੀ ਹੈ, ਗਰੁੱਪ ਦਾ ਲਾਈਕ ਟਰਮਸ ਟੁਗੇਦਰ। ਸੋ ਇਹਦਾ ਵੀ ਮੈਂ ਨਾ ਕੋਈ ਤੁਹਾਨੂੰ ਡਿਫਿਕਲਟ ਜਿਹਾ ਪਾਰਟ ਕਰਵਾ ਦੇਣਾ, ਜਿਵੇਂ ਕਿ ਡੀ ਪਾਰਟ ਕਰਦੇ ਹਾਂ। ਚਲੋ ਫਰਸਟ ਕੁਐਸਚਨ ਦਾ, ਠੀਕ ਹੈ, ਗਰੁੱਪਿੰਗ ਕਰਨੀ ਹੈ ਲਾਈਕ ਟਰਮਸ ਦੀ। 2u ਦੀ ਪਾਵਰ 3 v ਦੀ ਪਾਵਰ 2 4u ਦੀ ਪਾਵਰ 2 v ਦੀ ਪਾਵਰ 3 7u ਦੀ ਪਾਵਰ, ਸੌਰੀ ਇੱਥੇ v ਹੈ, v ਦੀ ਪਾਵਰ 3 ਹੈ 2 ਹੈ, ਤੇ u ਦੀ ਪਾਵਰ 3 ਇਹ -2u ਦੀ ਪਾਵਰ 3 v ਦੀ ਪਾਵਰ। ਸੋ ਜਿਹੜੀਆਂ ਇੱਕੋ ਜਿਹੀਆਂ ਟਰਮਸ ਨੇ ਉਹਨਾਂ ਦਾ ਗਰੁੱਪ ਬਣਾ ਦੇਣਾ। तो ਤੁਸੀਂ ਲਿਖਣਾ ਹੈ ਗਰੁੱਪ 1। मैं ऊपर लिख देना लाइक टर्म्स ग्रुप 1। पहला ग्रुप देखो u ਦੀ ਪਾਵਰ 3 ਤੇ v ਦੀ ਪਾਵਰ 2 ਹੋਰ ਕਿੱਥੇ ਹੈ, u ਦੀ ਪਾਵਰ 3 v ਦੀ ਪਾਵਰ 2। ਆ ਦੇਖੋ ਇਹਦਾ ਮੈਚ ਹੋ ਰਿਹਾ, u ਦੀ ਪਾਵਰ 3 v ਦੀ ਪਾਵਰ 2 u ਦੀ ਪਾਵਰ 3 v ਦੀ ਪਾਵਰ 2। ਇਸ ਤੋਂ ਇਲਾਵਾ ਹੈ ਕਿ u ਦੀ ਪਾਵਰ 3 v ਦੀ ਪਾਵਰ 2 ਇੱਕ ਆ ਵੀ ਹੈ। ਸੋ ਆਪਣੇ ਕੋਲ 3 ਹੋ ਗਏ ਇੱਕ ਗਰੁੱਪ ਦੇ ਵਿੱਚ। ਸੋ ਆਪਾਂ ਇਹਨੂੰ ਇੱਦਾਂ ਲਿਖਾਂਗੇ u ਦੀ ਪਾਵਰ 3 v ਦੀ ਪਾਵਰ 2 7v square u cube, ਇਦਾਂ ਵੀ ਬੋਲ ਸਕਦੇ ਹਾਂ -2u cube v square। ਇੱਕ ਗਰੁੱਪ ਆ ਬਣ ਗਿਆ। ਦੂਸਰਾ ਗਰੁੱਪ ਜੇ ਆਪਣੇ ਕੋਲ ਇੱਕ ਜਾਂ ਇੱਕ ਤੋਂ ਇੱਕ ਵੀ ਹੁੰਦਾ ਤਾਂ ਵੀ ਆਪਾਂ ਗਰੁੱਪ 'ਚ ਹੀ ਲਿਖਣਾ। ਹੁਣ ਬਚਿਆ ਕਿ ਇੱਕੋ ਹੀ ਬਚਿਆ, ਇਹਨੂੰ ਤੁਸੀਂ ਇਦਾਂ ਲਿਖ ਦਿਓ, ਕੋਈ ਗੱਲ ਨਹੀਂ ਬਸ। ਠੀਕ ਹੈ। ਸੋ ਆ ਬਣ ਗਏ ਦੋ ਗਰੁੱਪਸ। ਇਦਾਂ ਹੀ ਜਿਹੜੇ ਤੁਹਾਡੇ ਬਾਕੀ ਦੇ ਕੁਐਸਚਨ ਤੁਸੀਂ ਕਰਨੇ ਆ। ਠੀਕ ਹੈ। ਇਸੇ ਤਰੀਕੇ ਦੇ ਨਾਲ ਸਾਡੇ ਕੋਲ ਕੀ ਸਟੇਟ ਦਾ ਨੰਬਰ ਆਫ ਟਰਮਸ ਇਨ ਈਚ ਆਫ ਦਾ ਫੋਲੋਇੰਗ ਕੇਸਿਸ। ਸੋ ਸਾਡੇ ਕੋਲ ਇੱਥੇ ਮੈਂ ਤੁਹਾਨੂੰ ਦੋ ਸਮਸ ਕਰਵਾਉਣਾ ਇਹਦੇ। ਇੱਕ ਤਾਂ ਮੈਂ ਤੁਹਾਨੂੰ ਆਲਰੇਡੀ ਵੈਸੇ ਕਰਵਾਇਆ, B ਪਾਰਟ ਕਰਦੀਆਂ ਦਾ ਬੱਚਿਆਂ ਨੂੰ ਉਹਦੇ 'ਚ ਪ੍ਰੋਬਲਮ ਆਏਗੀ ਮੇਰੇ ਹਿਸਾਬ ਨਾਲ। ਮੈਂ ਵੈਸੇ ਦੱਸਿਆ ਵੀ ਸੀ 5 × z plus m divided by 2 ਇਦਾਂ ਦਾ ਵੈਸੇ ਮੈਂ ਕਰਵਾ ਬੈਠਾ ਆਲਰੇਡੀ। ਸੋ ਪਹਿਲਾਂ ਆਪਾਂ ਇਹਨੂੰ ਸਹੀ ਕਰਾਂਗੇ। 5 × z ਕੀ ਬਣ ਜਾਣਾ 5z, m divided by 2 ਕੀ ਬਣ ਜਾਏਗਾ m/2। ਸੋ ਕਿੰਨੀਆਂ ਟਰਮਸ ਨੇ, 2 ਟਰਮਸ। ਸੋ ਇਦਾਂ ਲਿਖਣਾ ਨੰਬਰ ਆਫ ਟਰਮਸ is equal to 2 terms। ठीक है। आगे एक और क्वेश्चन है F पार्ट, वो करते हैं। It is having 3x cube plus 4x square plus 8। मैं तुहानू दस्सिया सी ब्रैकेट कोई भी नहीं रहनी चाहिए। पहला ब्रैकेट के अंदर आपां लेके जाने 8 नूं, की बन जाएगा ये 3x cube plus 4x square plus 8 into 1 becomes 8 only, and 8 into -x cube becomes -8x cube। ਇਹਦੇ ਵਿੱਚ ਕੁਝ ਲਾਈਕ ਟਰਮਸ ਹੈ, ਆ ਦੋਨੋਂ ਲਾਈਕ ਟਰਮਸ ਨੇ। ਇਵੈਲੂਏਟ ਹੋਣਗੇ 3 -8 ਪਲੱਸ ਮਾਈਨਸ ਸਾਈਨ ਮਾਈਨਸ ਦਾ, ਕਿਉਂਕਿ 8 ਦਾ 8 ਵੱਡਾ ਆ। ਸੋ ਇਟ ਵਿਲ ਬੀ -5। 8 ਚੋਂ 3 ਗਏ 5 ਹੁੰਦਾ ਹੈ ਨਾ, -5 ਆਏਗਾ ਕਿਉਂਕਿ ਸਾਈਨ ਉਹਦਾ ਵੱਡਾ ਹੈ। ਬਾਕੀ ਦੇ ਟਰਮਸ ਇਦਾਂ ਹੀ ਲਿਖ ਦੇਣੀਆਂ ਨੇ। x cube ਤਾਂ ਲਿਖਣਾ ਸੀ, ਸੱਚ x cube ਤਾਂ ਨਾਲ ਰਹੇਗਾ।
ਹੁਣ ਇਹ ਕਿੰਨੀਆਂ ਟਰਮਸ ਨੇ 1 2 3 ਵੈਸੇ 4 ਲੱਗਦੀਆਂ ਪਈਆਂ ਸੀ ਬਟ ਕਿੰਨੀਆਂ ਨੇ ਸੱਚ ਇਹ 3 ਟਰਮਸ ਨੇ ਕੁਝ ਕਈ ਵਾਰੀ ਸੋਲਵ ਕਰਨਾ ਪੈਂਦਾ ਉਹ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਸੋਲਵ ਕਰਨ ਦੀ ਲੋੜ ਪੈਂਦੀ ਕਈ ਵਾਰੀ ਉਹ ਕਰ ਲਿਆ ਕਰਿਓ ਤੁਹਾਡੇ ਆਨਸਰਸ ਆਪਣੇ ਆਪ ਆ ਜਾ ਕਰਨਗੇ ਠੀਕ ਹੈ ਇਸੇ ਤਰੀਕੇ ਨਾਲ ਨੈਕਸਟ ਸਮ ਕਰਦੇ ਹਾਂ ਪਹਿਲਾਂ ਇਹਨੂੰ ਨੋਟ ਕਰ ਲਓ ਨੈਕਸਟ ਆਪਣਾ ਥਰਡ ਸਮ which of the following expressions are polynomials ਇਹਨਾਂ ਚੋਂ ਕਿਹੜੇ polynomials ਹੈ ਓਕੇ ਸੋ ਦੇਖੋ ਪਹਿਲਾਂ ਨਾ ਇੱਕ ਮੈਂ ਤੁਹਾਨੂੰ C ਪਾਰਟ ਕਰਵਾਉਣਾ ਥਰਡ ਦਾ ਇਹਦੇ ਵਿੱਚ ਕੀ ਹੈ 1 by 1 plus 1 by a 1 by a square 1 by a cube sorry z cube ਓਕੇ ਇਹਦੇ ਵਿੱਚੋਂ ਮੈਂ ਤੁਹਾਨੂੰ ਦੱਸਿਆ ਸੀ ਜੋ ਇਦਾਂ ਆਏਗਾ ਉੱਪਰ ਲਿਆਣੀ ਪਾਵਰ ਇਹਦੀ ਪਾਵਰ ਕਿੰਨੀ 1 ਹੈ ਉੱਪਰ ਲਿਆਉਂਗੇ ਤਾਂ a ਦੀ ਪਾਵਰ -1 ਬਣ ਗਿਆ ਇਹ ਬਣ ਗਿਆ a ਦੀ ਪਾਵਰ -2 ਇਹ ਬਣ ਗਿਆ z ਦੀ ਪਾਵਰ -3 it is ਆਪਾਂ ਲਿਖਾਂਗੇ it is not a polynomial because power of each variable मतलब एच में each variable क्यों लिखा सब दी नेगेटिव है power of each variable is negative जे किसी एक या दो दी हुंदी फिर आप लिखना है power of a and z is ਜਾਂ ਕੱਲਾ z ਕਹ ਲਓ ਕੱਲੇ z ਦੀ ਹੁੰਦੀ ਜੇਕਰ ਇਹਨਾਂ ਦੀ ਪੋਜ਼ਿਟਿਵ ਹੁੰਦੀ the power of z is negative तो एक ਜਦੋਂ ਇੱਕ ਦੀ ਹੋਏਗੀ ਤਾਂ ਪਾਰਟਿਕੂਲਰ ਵੈਲਿਊ ਆਪਾਂ ਮੈਂਸ਼ਨ ਕਰ ਦੇਣੀ ਹੈ ਜਿਹਦੇ ਵਿੱਚ ਸਾਰਿਆਂ ਦੀ 네ਗੇਟਿਵ ਹੈ ਤਾਂ ਮੈਂ ਪਾਵਰ ਆਫ ਈਚ ਵੇਰੀਏਬਲ ਲਿਖਦਾ ਇਜ਼ 네ਗੇਟਿਵ ਇਸ ਕਰਕੇ ਪੋਲੀਨੋਮੀਅਲ ਨਹੀਂ ਹੈ ਓਕੇ ਇਸ ਤੋਂ ਇਲਾਵਾ ਸਾਡੇ ਕੋਲ ਅਗਲਾ ਕੁਐਸਚਨ ਇੱਕ ਹੋਰ ਹੈ ਡੀ ਪਾਰਟ ਆ ਦੇਖੋ m square plus m minus 2 upon m minus 1 ठीक है ਹੁਣ ਦੇਖੋ ਜਦੋਂ ਆਪਾਂ m minus m ਕੀਤਾ ਤਾਂ ਕੀ ਆ ਜਾਏਗਾ 0 ਕੱਟੇਗੇ ਨਾ ਇਹ ਤਾਂ ਆਪਣੇ ਕੋਲ ਕੀ ਬਚਿਆ m square plus m minus 2 by 0 which is not defined anything divided by 0 is not defined so it is not a polynomial okay ये polynomial नहीं है की डिफाइंड नहीं है p upon 0 is not defined था लिख दो p upon 0 मतलब उत्ते कुछ भी वैल्यू होवे थले जेकर 0 आ गया वो नॉट डिफाइंड है सो इट इज नॉट अ पॉलीनोमियल उत्ते जो मर्जी वैल्यू होवे थले 0 आ गया ना डिनोमिनेटर नॉट डिफाइंड ते वो फिर नॉट अ पॉलीनोमियल आ जाएगा आगे आ जाता आइडेंटिफाई द फॉलोइंग एक्सप्रेशंस एज मोनोमियल बाइनोमियल एंड ट्राइनोमियल ये तुसी इजीली अपने आप कर लेना है पहला जिवें ये 11 pqr मोनोमियल है ठीक है ते जे दो ने तो बाइनोमियल तीन ने तो ट्राइनोमियल जे तीन तो भी ज़्यादा ने 4 5 6 7 8 9 10 जिन्हें मर्जी उन्होंने आप की कहना पॉलीनोमियल बस इस गल का ध्यान रखना अगे आ जाता है राइट द डिग्री ऑफ द पॉलीनोमियल डिग्री जिवें मैं ये बोल ही देना है तुहानूं पता लग जाएगा जिवें तुसीं देखो फर्स्ट क्वेश्चन है a प्लस a दी पावर 2 किन दोनों च की पावर ज़्यादा है a दी पावर 1 है एक च a दी पावर 2 है ज़्यादा की है 2 वाले दी सो डिग्री ऑफ दिस पॉलीनोमियल इज 2 इस तरीके अगले भी 2 है थोड़ा जिहा मैं तुहानूं ई पार्ट दसदा 1 माइनस 100 c दी पावर 20 कई बार कितना बच्चे ना जिहड़ा c दे नाल 100 मल्टीपल लिखा ना उन्होंने डिग्री समझ लेंदे नहीं पावर देखनी आपां वेरीएबल दी पावर c दी पावर कितनी है 20 ते है भी कोई वेरीएबल है तो इसदी डिग्री कितनी होएगी 20 ओके तो एक एग्जांपल मैं तुहानूं 6th दी करवाना कोई ना कोई जिवें 6th क्वेश्चन है कहते भी ਇਹਦੇ ਵਿੱਚ ਕੀ ਕਿਹਾ ਗਿਆ ਕਦੇ ਕਦੇ ਬਾਇਨੋਮੀਅਲ ਕਿਹਾ ਬਣਾਉਣ ਨੂੰ ਕਦੇ ਮੋਨੋਮੀਅਲ ਕਦੇ ਟ੍ਰਾਈਨੋਮੀਅਲ ਕੁਝ ਵੀ ਕਿਹਾ ਆਫ ਅ ਪਾਰਟਿਕੂਲਰ ਡਿਗਰੀ ਇੱਕ ਪਾਰਟਿਕੂਲਰ ਡਿਗਰੀ ਦਾ ਉਹਨਾਂ ਨੇ ਕਿਹਾ ਉਹ ਕਿੱਦਾਂ ਬਣੇਗਾ ਜਿਵੇਂ ਇਹਦੇ ਵਿੱਚ ਹੈਗਾ ਸਾਡੇ ਕੋਲ ਈ ਪਾਰਟ ਆਪਾਂ ਕਰਦੇ ਹਾਂ ਜਾਂ ਸੀ ਤੇ ਈ ਦੋਨੋਂ ਕਰ ਲੈਂਦੇ ਹਾਂ ਸੀ ਪਾਰਟ 6th क्वेश्चन ਦਾ ਸੀ ਪਾਰਟ ਠੀਕ ਹੈ ਸਕਰੀਨਸ਼ਾਟ ਦੇ ਵਿੱਚ ਬਾਕੀ ਤੁਸੀਂ ਸਮਝ ਆਪਣੇ ਆਪ ਕਰਨੇ ਆ ਸੀ ਪਾਰਟ ਕੀ ਰਾਈਟ ਅ ਪੋਲੀਨੋਮੀਅਲ ਇਨ z मतलब कि वेरिएबल ਜਿਹੜਾ z ਯੂਜ਼ ਕਰਨਾ ਹੈ ਵਿਦ ਅ ਡਿਗਰੀ ਆਫ 5 डिग्री वाला मतलब तुसी की है सिंपली 5 डिग्री सब तो बड़ी वाली पहला लिखनी बाकी वो तो छोटियां वाली लिख देनी है पॉलीनोमियल क्या सी 3 तो ज्यादा टर्म्स होनी चाहिए भावें तुसी इन्नियां भी लिख दोगे ना तां भी पॉलीनोमियल ही रहेगा 3 तो ज्यादा होनी चाहिए ते इस तो 5 तो उत्ते नहीं होनी चाहिए बाकी दी पावरां घट चलणगीਆਂ पावर 2 ਦੀ ਬਜਾਏ ਤੁਸੀਂ ਕਾਂਸਟੈਂਟ ਵੈਲਿਊ ਲੈ ਸਕਦੇ ਹੋ ਇਹਨਾਂ ਦੇ ਨਾਲ ਕੋਈ ਵੀ ਕਾਂਸਟੈਂਟ ਲਿਖ ਸਕਦੇ ਹੋ 4 2 ਇਹਦੇ ਨਾਲ ਵੀ ਲਿਖ ਸਕਦੇ ਹੋ 7 ਕੁਝ ਵੀ ਲਿਖ ਸਕਦੇ ਹੋ ਬਟ ਜਿਹੜੀ ਵੇਰੀਏਬਲ ਦੀ ਪਾਵਰ ਹੈ ਮੈਕਸਿਮਮ 5 ਹੀ ਹੋਣੀ ਚਾਹੀਦੀ ਹੈ ਨਾਲ ਜੋ ਮਰਜ਼ੀ ਲਿਖੀ ਚੱਲੋ ਟਰਮਸ ਜਿਹੜੀਆਂ 3 ਤੋਂ ਜ਼ਿਆਦਾ ਹੋਣੀ ਚਾਹੀਦੀਆਂ 4 ਹੋਣੀ ਚਾਹੀਦੀਆਂ ਪੋਲੀਨੋਮੀਅਲ ਹੋ ਗਿਆ ਓਕੇ ਐਗਜ਼ਾਮਪਲ ਹੋ ਗਈ ਇਹਦੀ ਵੀ ਇਸੇ ਤਰੀਕੇ ਦੇ ਨਾਲ ਈ ਪਾਰਟ
ਰਾਈਟ ਅ ਟ੍ਰਾਈਨੋਮੀਅਲ ਇਨ P ਟ੍ਰਾਈਨੋਮੀਅਲ 3 ਟਰਮਸ ਵਾਲਾ ਹੋਣਾ ਚਾਹੀਦਾ ਹੈ P ਉਹਦਾ ਵੇਰੀਏਬਲ ਹੋਣਾ ਚਾਹੀਦਾ ਹੈ ਵਿਦ ਡਿਗਰੀ ਆਫ 3 3 ਡਿਗਰੀ ਵਾਲਾ ਸੋ ਸਭ ਤੋਂ ਪਹਿਲਾਂ ਤੁਸੀਂ x ਲੈ ਲਓ ਚਾਹੇ y ਲੈ ਲਓ ਚਾਹੇ z ਲੈ ਲਓ a ਲੈ ਲਓ ਚਲੋ ਇਹ ਆਪਣਾ ਸੌਰੀ x ਨਹੀਂ ਸੌਰੀ c ਪਾਰਟ ਦੇ ਵਿੱਚ ਕਿਹੜਾ ਕਿਹਾ ਗਿਆ ਸੀ z ਕਿਹਾ ਗਿਆ ਸੀ ਨਾ ਤੇ z ਲਿਖਣਾ ਜ਼ਰੂਰੀ ਹੈ ਇਸ ਗੱਲ ਦਾ ਧਿਆਨ ਰੱਖਣਾ ਮੈਂ x ਹੀ ਲਿਖ ਦਿੱਤਾ ਹੈ z ਲਿਖਣਾ ਜ਼ਰੂਰੀ ਹੈ ਜਿਹੜਾ ਵੇਰੀਏਬਲ ਉਹਨੇ ਕਿਹਾ ਉਹੀ ਯੂਜ਼ ਕਰਨਾ ਹੈ ਇਸ ਤਰੀਕੇ ਨਾਲ ਇਹਦੇ ਵਿੱਚ p ਯੂਜ਼ ਕਰਨ ਨੂੰ ਕਿਹਾ ਆਪਾਂ ਵੇਰੀਏਬਲ ਸਿਰਫ p ਯੂਜ਼ ਕਰ ਸਕਦੇ ਹਾਂ p ਦੀ ਪਾਵਰ 3 p ਦੀ ਪਾਵਰ 2 ਚਾਹੇ p ਦੀ ਪਾਵਰ 1 ਲਓ ਚਾਹੇ ਨਾ ਲਓ ਇਹਦੀ ਜਗ੍ਹਾ ਕਾਂਸਟੈਂਟ ਲੈ ਲਓ ਚਾਹੇ p ਦੀ ਪਾਵਰ 2 ਦੀ ਜਗ੍ਹਾ ਕੱਲੀ p ਲੈ ਲਓ ਤੀਸਰਾ ਕਾਂਸਟੈਂਟ ਵੈਲਿਊ ਲੈ ਲਓ ਜੋ ਮਰਜ਼ੀ ਕਰ ਲਓ ਮਤਲਬ 3 ਟਰਮਸ ਕੰਪਲੀਟ ਕਰਨੀਆਂ ਨੇ ਠੀਕ ਹੈ ਸੋ ਇਹਨੂੰ ਵੀ ਆਪਾਂ ਟ੍ਰਾਈਨੋਮੀਅਲ ਕਹਿ ਸਕਦੇ ਹਾਂ ਇਹਦੇ ਨਾਲ ਕੋਈ ਕਾਂਸਟੈਂਟ ਲਿਖਣਾ 3 ਇਹਦੇ ਨਾਲ 7 ਲਿਖਣਾ ਚਾਹੁੰਦੇ ਹੋ ਤਾਂ ਲਿਖ ਦਿਓ ਤੁਹਾਡੀ ਮਰਜ਼ੀ ਹੈ ਟਰਮਸ ਤਾਂ 3 ਹੀ ਰਹਿਣੀ ਚਾਹੀਦੀਆਂ ਨੇ ਬਸ ਜੋ 3 ਟਰਮਸ ਹੀ ਰਹਿਣਗੀਆਂ ਟ੍ਰਾਈਨੋਮੀਅਲ ਹੀ ਰਹੇਗਾ ਤਾਂ ਦੈਟ ਮੀਨਸ ਆਪਾਂ ਨਾਲ ਮਲਟੀਪਲ ਚ ਉਹਦੇ ਕਾਂਸਟੈਂਟ ਪੋਜ਼ਿਟਿਵ ਲਿਖੀਏ ਨੈਗੇਟਿਵ ਲਿਖੀਏ ਕੋਈ ਫਰਕ ਨਹੀਂ ਪੈਂਦਾ ਓਕੇ ਹਾਂ ਇਸ ਗੱਲ ਦਾ ਧਿਆਨ ਰੱਖਣਾ ਕੋਈ ਹੋਰ ਵੇਰੀਏਬਲ ਨਹੀਂ ਯੂਜ਼ ਕਰਨਾ ਜਿਹੜਾ ਮੈਂ ਕਿਹਾ ਸਿਰਫ ਉਹੀ ਯੂਜ਼ ਕਰਨਾ ਠੀਕ ਹੈ ਸੋ ਇਹ ਸੀਗੇ ਆਪਣੀ 7.1 ਐਕਸਰਸਾਈਜ਼ ਦੇ ਕੁਝ ਸਮਝ ਬਾਕੀ ਦੇ ਜਿਹੜੇ ਸਮਝ ਨੇ ਤੁਸੀਂ ਆਪ ਪ੍ਰੈਕਟਿਸ ਕਰਨੇ ਆ ਕੋਈ ਵੀ ਸਮਝ ਨਹੀਂ ਹੋ ਪਾਉਂਦਾ ਤੁਹਾਡੇ ਤੋਂ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਸੋ ਤੁਸੀਂ ਇਹਦਾ ਸਕਰੀਨਸ਼ਾਟ ਲੈਣਾ ਚਾਹੁੰਦੇ ਤਾਂ ਲੈ ਸਕਦੇ ਹੋ ਠੀਕ ਹੈ ਹੋਪਫੁਲੀ ਤੁਹਾਨੂੰ ਜੋ ਮੈਂ ਸਮਝਾਉਣਾ ਚਾਹੁੰਦਾ ਸੀ ਤੁਹਾਨੂੰ ਸਮਝ ਆ ਗਿਆ ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਕਸਟ ਟੌਪਿਕ ਕਰਾਂਗੇ ਇਟ ਵਿਲ ਬੀ ਰਿਲੇਟਡ ਟੂ ਸਮ ਆਇਡੈਂਟੀਟੀਜ਼ ਆਲਸੋ ਔਰ ਸਮ ਅਦਰ ਥਿੰਗਸ ਦੈਟ ਵਿਲ ਬੀ ਡਿਸਕਸ ਇਨ ਦਾ ਨੈਕਸਟ ਵੀਡੀਓ ਸੋ ਮੇਰੀ ਵੀਡੀਓ ਜੇ ਸ਼ੇਅਰ ਕਰੋ ਜਰੂਰ ਜੇ ਵਧੀਆ ਲੱਗੀ ਹੋਵੇ ਨਾ ਜਿੰਨੀ ਜ਼ਿਆਦਾ ਹੋ ਸਕਦੀ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਕਰਾਓ ਵੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੇ ਅੱਛੀ ਲੱਗ ਰਹੀ ਹੈ ਕਿ ਹਾਂਜੀ ਵਧੀਆ ਲੱਗੀ ਹੈ ਠੀਕ ਹੈ ਸੋ ਇਟ ਵਿਲ ਐਪਰੀਸ਼ੀਏਟ ਦਾ ਐਫਰਟਸ ਆਫ ਅ ਟੀਚਰ ਸੋ ਲੈਟਸ ਮੀਟ ਅਪ ਇਨ ਦਾ ਨੈਕਸਟ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ